ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤਉ ਕਤ ਹੇਤ ਜਗਤ ਕ੍ਰਿਤ ਅੰਤਰ, ਕੀਟ ਕਪਨ ਵਤ ਪਰ ਭ੍ਰਮਤ ਨਿਰੰਤਰ। ਤਉ ਕਤ ਹੇਤ ਜਗਤ ਕ੍ਰਿਤ ਅੰਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10ਵੇਂ ਅਧਿਆਏ ਦੇ 21 ਛੰਦਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 22ਵਾਂ ਛੰਦ ਚੌਪਈ, ਇਸ ਨੂੰ ਪੜ੍ਹਾਂਗੇ, ਵਿਚਾਰਾਂਗੇ। ਭਰਥਰ ਸਿੱਧ ਜੋਗੀ ਜੀ ਮਹਾਰਾਜ ਜਾਂ ਭਰਤ ਹਰੀ ਜੀ ਸਾਨੂੰ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦੇ ਕੇ ਵਿਰਾਗ ਦਾ ਕਥਨ ਕਰਦੇ ਹਨ ਕਿ ਇਹ ਜਿਹੜਾ ਸੰਸਾਰ ਆ ਇਹ ਤੇ ਭੋਗ ਰੂਪ ਹੀ ਆ, ਤੇ ਜਨਮ ਮਨ ਰੂਪ ਦੁੱਖ ਦਿੰਦਾ, ਨਰਕਾਂ ਦੇ ਦੁੱਖ ਦਿੰਦਾ ਹੈ। ਸੋ ਇਸ ਸੰਸਾਰ ਦਾ ਤਿਆਗ ਕਰਕੇ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਕਰਨ ਦਾ ਹੀ ਜਿਹੜਾ ਮੁੱਖ ਪੁਰਸ਼ਾਰਥ ਹੈ ਉਹ ਜੀਵ ਦਾ ਹੋਣਾ ਚਾਹੀਦਾ। ਤਾਂ ਕਰਕੇ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦੇ ਕੇ ਸਾਨੂੰ ਵਿਰਾਗ ਉਤਪੰਨ ਕਰਨ ਲਈ ਇਹ ਜਿਹੜਾ ਗ੍ਰੰਥ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਲਿਖਿਆ, ਰਸਨਾ ਨਾਲ ਉਚਾਰਿਆ, ਉਹਨਾਂ ਦੀ ਕ੍ਰਿਤ, ਜਿਸ ਨੂੰ ਪੰਡਤ ਹਰਦਿਆਲ ਜੀ ਨੇ ਬੜੇ ਸੋਹਣੇ ਢੰਗ ਨਾਲ ਲਿਖਿਆ ਤਾਂ ਜੋ ਅਸੀਂ ਲੋਕ ਵੀ ਪੜ੍ਹ ਸਕੀਏ। ਨਹੀਂ ਤੇ ਸੰਸਕ੍ਰਿਤ ਵਿੱਚ ਸੀ, ਸਾਡੇ ਕੋਲ ਪੜ੍ਹਨ ਦੀ ਇਹਦੀ ਕੋਈ ਹੈ ਨਹੀਂ ਸੀ ਕਿ ਅਸੀਂ ਪੜ੍ਹ ਸਕਦੇ, ਕਿਉਂਕਿ ਸੰਸਕ੍ਰਿਤ ਪਹਿਲਾਂ ਸਿੱਖਦੇ ਫਿਰ ਜਾ ਕੇ ਇਹਦੀ ਆਪਾਂ ਵਿਚਾਰ ਕਰ ਸਕਦੇ ਸੀ। ਸੋ ਇਹ ਪਰਉਪਕਾਰ ਨੂੰ ਸੰਪਰਦਾਵਾਂ ਦੇ ਵਿੱਚ ਗਿਆਨੀ ਪੁਰਸ਼ ਪੜ੍ਹਦੇ ਪ੍ਰੇਮੀ ਇਹਦਾ ਲਾਹਾ ਲੈਂਦੇ ਗ੍ਰੰਥ ਦਾ। ਸੋ ਅੱਜ 22ਵਾਂ ਛੰਦ ਆਪਾਂ ਵਿੱਚ ਪੜ੍ਹੀਏ। ਕਹਿੰਦੇ ਹੈ ਚੌਪਈ ਵਿੱਚ, ਤਉ ਕਤ ਹੇਤ ਜਗਤ ਕ੍ਰਿਤ ਅੰਤਰ, ਵੀ ਜੋ ਸੰਸਾਰ ਤੇ ਵਿਸ਼ੇ ਨਾਸ ਰੂਪ ਹੈ, ਰੋਗਾਂ ਦੇ ਸਹਿਤ ਦੁੱਖ ਦੇਣ ਵਾਲੇ ਹੈ, ਉਸ ਵਿੱਚ ਤੁਸੀਂ ਫਸੇ ਹੋਏ ਹੋ। ਤਉ ਕਤ, ਤਉ ਕਹੀਏ ਤਾਂ ਤੁਸੀਂ ਕਿਸ ਵਾਸਤੇ ਜਿਹੜਾ ਸੰਸਾਰ ਦੇ ਵਿਹਾਰਾਂ ਵਿੱਚ ਤਉ ਕਤ ਹੇਤ, ਤਾਂ ਕਤ ਹੇਤ ਤਉ ਕਿਸ ਵਾਸਤੇ ਜਗਤ ਸੰਸਾਰ ਦੇ ਜਿਹੜੇ ਕ੍ਰਿਤ ਕਾਮ ਆ, ਕਰਮ ਆ ਜਾਂ ਵਿਹਾਰ ਆ, ਉਹਨਾਂ ਦੇ ਅੰਤਰ ਵਿੱਚ ਕੀਟ ਕਪਨ ਵਤ ਭ੍ਰਮਤ ਨਿਰੰਤਰ, ਕੀਟ ਭਾਵ ਕੀੜੇ ਤਥਾ ਕਪਨ ਬਾਂਦਰਾਂ ਦੀ ਨਿਆਈ ਭਰਮ ਰਹੇ ਹੋ। ਨਿਰੰਤਰ ਇੱਕ ਰਸ, ਕਪਨ ਨਾਮ ਬਾਂਦਰਾਂ ਦਾ, ਕੀਟ ਨਾਮ ਕੀੜਿਆਂ ਦਾ, ਕੀੜਿਆਂ ਬਾਂਦਰਾਂ ਦੇ ਵੱਤ ਵਾਂਗ ਨਿਰੰਤਰ ਇੱਕ ਰਸ ਕਿਉਂ ਭਰਮ ਰਹੇ ਹੋ। ਇਹਦੇ ਵਿੱਚ ਕਿਉਂ ਖਚਿਤ ਹੋ ਰਹੇ ਹੋ। ਰੇ ਲੋਕੋ ਅਵਲੋਕੋ ਨਹੀਂ, ਰੇ ਲੋਕੋ ਭਾਵ ਹੇ ਲੋਕੋ, ਐਸੇ ਸੰਸਾਰ ਵਿਹਾਰ ਵਿੱਚ ਮਸਤ ਹੋ ਰਹੇ ਹੋ ਜੋ ਦੇਖਦੇ ਨਹੀਂ ਤੁਸੀਂ। ਰੇ ਲੋਕੋ, ਹੇ ਲੋਕੋ, ਤੁਸੀਂ ਸੰਸਾਰ ਵਿੱਚ ਮਸਤ ਹੋ ਰਹੇ ਹੋ। ਅਵਲੋਕੋ ਨਹੀਂ, ਵੇਖਦੇ ਨਹੀਂ ਹੋ ਕਿ ਸਿਰ ਪਰ ਕਾਲ ਬਾਣ ਕਰ ਮਾਹੀ। ਸਿਰ ਪਰ, ਸਿਰ ਦੇ ਉੱਪਰ ਕਾਲ ਖੜਾ ਹੈ, ਹੱਥ ਦੇ ਵਿੱਚ ਬਾਣ ਪਕੜ ਕੇ ਤੁਹਾਡੇ ਨਾਸ ਕਰਨ। ਸਿਰ ਪਰ ਕਾਲ ਬਾਣ, ਸਿਰ ਪਰ ਕਾਲ ਖੜਾ, ਬਾਣ ਹੱਥ ਦੇ ਵਿੱਚ ਲੈ ਕੇ, ਠੀਕ ਹੈ ਜੀ, ਤੁਹਾਡੇ ਨਾਸ ਕਰਨ ਰੂਪ ਬਾਣ ਉਹਨੇ ਹੱਥ ਵਿੱਚ ਫੜਿਆ ਹੋਇਆ, ਉੱਧਰ ਕਿਉਂ ਨਹੀਂ ਧਿਆਨ ਦਿੰਦੇ। ਪਰ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਮਨੁੱਖ ਤੋਂ ਜਾਗਦਾ, ਪਹਿਲਾਂ ਕਿੱਥੇ ਜਾਗਦਾ, ਪਹਿਲਾਂ ਤਾਂ ਕਹਿੰਦਾ ਕੋਈ ਮੌਤ ਹੈ ਹੀ ਨਹੀਂ। ਖਿਨ ਮਹਿ ਪ੍ਰਾਣ ਹਾਨ ਕਰ ਡਾਰੇ, ਉਹ ਜਿਹੜਾ ਐਸਾ ਬਲੀ ਕਾਲ ਆ, ਉਹਦੇ ਖਿਨ ਵਿੱਚ ਹੀ, ਇੱਕ ਖਿਨ ਵਿੱਚ ਹੀ ਕਾਲ ਪਰਮੇਸ਼ਰ ਭਗਵਾਨ, ਕਾਲ ਕਹਿ ਲਓ, ਭਗਵਾਨ ਕਹਿ ਲਓ, ਇੱਕ ਖਿਨ ਵਿੱਚ ਹੀ ਉਹ ਕਾਲ ਭਗਵਾਨ ਪ੍ਰਾਣਾਂ ਨੂੰ ਹਾਨ ਨਾਸ ਕਰਕੇ ਡਾਰੇ ਕਿ ਸੁੱਟ ਦੇਵੇਗਾ, ਨਾਸ ਕਰ ਦੇਵੇਗਾ। ਕਿਉਂ, ਤੁਸੀਂ ਪੁੱਛੋ ਵੀ ਕਿੱਦਾਂ ਕਰ ਦਊਗਾ। ਕਹਿੰਦੇ ਬਲੀ ਅਖਿਆਮੀ
ਬਲੀ ਅਖੇਵੀਂ ਦਇਆ ਨਾ ਧਾਰੇ। ਇਹਨੂੰ ਅਖਵੀਂ ਪਾਠ ਨਹੀਂ ਕਰਨਾ, ਅਖੇਵੀਂ ਪਾਠ ਕਰਨਾ, ਭਾਵ ਖੇਮਾ ਤੋਂ ਰਹਿਤ, ਕਿਉਂਕਿ ਉਹ ਬੜਾ ਬਲ ਵਾਲਾ ਹੈ। ਅਖੇਵੀਂ ਭਾਵ ਖੇਮਾ ਤੋਂ ਰਹਿਤ ਹੈ। ਦਇਆ ਨਾ ਧਾਰੇ, ਦਇਆ ਨਹੀਂ ਧਾਰਦਾ। ਜਦੋਂ ਆਪਣੇ ਉਹ ਫਲ ਦੇਂਦਾ ਫਿਰ ਦਇਆ ਨਹੀਂ ਧਾਰਦਾ, ਦਇਆ ਮਾਸਾ ਨਹੀਂ ਉਹ ਰੱਖਦਾ ਆਪਣੇ ਅੰਦਰ। ਤੁਮ ਨਿਸ ਦਿਨ ਅਗ ਓਗ ਕੰਮਾਂ ਤੇ, ਪਰ ਤੁਸੀਂ ਉਸ ਕਾਲ ਨੂੰ ਤੇ ਜਾਣਦੇ ਕੋਈ ਨਹੀਂ ਹੈ ਜੀਵੋ। ਤੇ ਨਿਸ ਦਿਨ ਰਾਤ ਦਿਨ ਅਗ ਪਾਪ ਜਿਹੜੇ ਆ ਉਹ ਓਗ ਕਹੀਏ ਅਨੇਕ ਪ੍ਰਕਾਰ ਦੇ ਕਮਾਤੇ ਕਮਾਉਂਦੇ ਹੋ, ਕਮਾ ਰਹੇ ਹੋ। ਬਲ ਅਬਲਾਦ ਸਵਾਦ ਮਦ ਮਾਤੇ, ਬਲ ਬੜਾ ਬਲ ਕਰਕੇ ਆਪਣੇ ਆਪਣੇ ਬਲ ਦੇ ਵਿੱਚ ਜਿਹੜੇ ਮਦ ਕਹੀਏ ਮਸਤੇ ਹੋਏ, ਮਦ ਬਲ ਦੇ ਮਦ ਹੰਕਾਰ ਵਿੱਚ ਮਾਤੇ ਮਸਤੇ ਹੋਏ, ਤੇ ਉਸ ਵਿੱਚ ਮਸਤੀ ਦੇ ਨਾਲ ਅਬਲਾ ਇਸਤਰੀ ਦੇ ਜਿਹੜੇ ਹੈ ਸਵਾਦ ਵਿੱਚ ਮਸਤੇ ਹੋਏ। ਜਵਾਨੀ ਦੇ ਅਬਲਾ ਤੋਂ ਆਦਿ ਜਵਾਨੀ ਪਦਾਰਥ, ਇਸਤਰੀ ਧਨ ਆਦਿਕ ਦੇ ਸਵਾਦ ਦੇ ਵਿੱਚ ਮਦ ਗਏ ਮਸਤੇ। ਮਦ ਨਾਮ ਰਸ ਦਾ, ਰਸ ਵਿੱਚ ਮਾਤੇ ਮਸਤੇ ਹੋਏ ਹੋ, ਜਾਂ ਮਦ ਨਾਮ ਹੰਕਾਰ ਦਾ, ਹੰਕਾਰ ਦੇ ਵਿੱਚ ਮਾਤੇ ਮਸਤੇ ਹੋਏ ਹੋ। ਹੁਣ ਮਦਨ ਨਾਮ ਕਾਮ ਦਾ ਵੀ ਹੁੰਦਾ, ਇਸ ਤਰ੍ਹਾਂ ਵੀ ਸਮਝ ਲਓ। ਆਪਣੇ ਜ਼ੋਰ ਦੇ ਨਾਲ ਅਬਲਾ ਜਿਹੜੀ ਇਸਤਰੀ ਆ ਉਹਦੇ ਸਵਾਦ ਦੇ ਵਿੱਚ ਲਾ ਕੇ ਕਾਮ ਵਿੱਚ ਮਸਤੇ ਹੋਈ ਹੋ। ਤੇ ਕਾਲ ਨੂੰ ਤੇ ਜਾਣਦੇ ਕੋਈ ਨਹੀਂ ਕਿ ਕਿਹੜਾ ਕਾਲ, ਕਾਲ ਨੂੰ ਤੇ ਤੁਸੀਂ ਸਮਝਦੇ ਕੋਈ ਨਹੀਂ ਹੋ। ਸੋ ਇਸ ਪ੍ਰਕਾਰ ਕਹਿ ਰਹੇ ਆ, ਜਾਨੋ ਮਨ ਮੋਹ ਮਰਨੋ ਸਾਚੋ। ਕਹਿੰਦੇ ਆ ਵੀ ਜੇ ਪਰਥਰ ਮਹਾਰਾਜ, ਜੇ ਤੁਸੀਂ ਜਾਣਦੇ ਹੋ ਆਪਣੇ ਮਨ ਵਿੱਚ, ਜਾਨੋ ਮਨ ਵਿੱਚ ਜੇ ਤੁਸੀਂ ਜਾਣਦੇ ਹੋ ਕਿ ਮਰਨੋ ਸੱਚੋ, ਮਰਨਾ ਸੱਚ ਹੈ ਤੇ ਜੀਣਾ ਝੂਠ ਹੈ, ਤਾਂ ਸੁਣੋ। ਤਉ ਕਤ ਹੇਤ ਬਿਰਥਾ ਭਵ ਰਾਚੋ, ਤਉ ਕਤ ਤਾਂ ਕਿ ਕਤ ਹੇਤ ਭਾਵ ਕਿਸ ਵਾਸਤੇ ਵਿਅਰਥੀ ਇਹ ਜਿਹੜਾ ਸੰਸਾਰ ਆ, ਉਹ ਸੰਸਾਰ ਦੇ ਕੰਮਾਂ ਵਿੱਚ ਰਾਚੋ ਰਚ ਰਹੇ ਹੋ, ਲੱਗ ਰਹੇ ਹੋ। ਕਿਉਂ ਆਪਣੇ ਮਨ ਨੂੰ ਲਗਾ ਰਹੇ ਹੋ। ਭਾਂਤ ਭਾਂਤ ਭਵ ਚੇਸ਼ਟਾ ਕਰਕੇ, ਕਿਉਂਕਿ ਤੁਸੀਂ ਜਿਨ੍ਹਾਂ ਕਾਰਜ ਵਿੱਚ ਲੱਗੇ ਹੋਏ ਹੋ ਨਾ, ਇਹ ਕਾਰਜ ਕਦੀ ਪੂਰੇ ਨਹੀਂ ਹੋਏ। ਕਿ ਨਹੀਂ ਨਾ ਕਿ ਇਹ ਕਾਰਜ ਮਾਇਆ ਪੂਰੇ, ਨਾ ਮਾਇਆ ਨਾਲ ਨਾ ਸੰਸਾਰ ਵਿੱਚ ਜਿਹੜਾ ਪੈਦਾ ਹੋ ਕੇ ਕੰਮ ਪੂਰੇ ਕਰ ਹੀ ਸਕਦਾ। ਬੰਦਾ ਚਲਿਆ ਜਾਂਦਾ, ਕਦੀ ਕੰਮ ਪੂਰਾ ਹੋਇਆ। ਸੰਸਾਰ ਤੇ ਸੰਤ ਮਹਾਤਮਾ ਆਉਂਦੇ, ਕਾਰਜ ਕਰਦੇ ਰਹਿੰਦੇ, ਕਰਦੇ ਕਹਿੰਦੇ ਸਰੀਰ ਛੱਡ ਕੇ ਚਲੇ ਜਾਂਦੇ, ਕਿਤੇ ਗੁਰੂ ਘਰਾਂ ਦੇ ਕੰਮ ਰੁਕ ਜਾਂਦੇ ਆ, ਹੁੰਦੇ ਰਹਿੰਦੇ ਆ। ਇਸ ਪ੍ਰਕਾਰ ਇਹਨਾਂ ਨੂੰ ਕਦੀ ਕਿਸੇ ਨੇ ਪੂਰਾ ਨਹੀਂ ਕੀਤਾ। ਇਹ ਘਟਦੇ ਰਹਿੰਦੇ, ਇੱਕ ਭਾਵ ਕੰਮ ਘੱਟ ਪੈ ਹੀ ਜਾਂਦੇ ਜੀਵਨ ਵਿੱਚ। ਭਾਂਤ ਭਾਂਤ ਭਾਵ ਚੇਸ਼ਟਾ ਕਰਕੇ, ਭਾਂਤ ਭਾਂਤ ਭਾਵ ਨਾਨਾ ਪ੍ਰਕਾਰ ਦੀ ਜਿਹੜੀ ਸੰਸਾਰ ਦੀ ਚੇਸ਼ਟਾ ਲੀਲਾ ਆ, ਤੇ ਉਹ ਲੀਲਾ ਕਰਕੇ ਲਹੋ ਕਦਾਚਿਤ ਸ਼ਾਂਤ ਨਾ ਮਰ ਕੈ। ਯਾਦ ਰੱਖਿਓ, ਸੰਸਾਰ ਦੀ ਲੀਲਾ ਵਿੱਚ ਲੱਗ ਕਰਕੇ ਨਾ, ਜਿੱਦਣ ਤੁਸੀਂ ਮਰ ਗਏ, ਚਲੇ ਗਏ, ਮਰ ਕੇ ਕਦੇ ਚਿੱਤ ਕਦੇ ਵੀ ਸ਼ਾਂਤੀ ਨਹੀਂ ਲਹੋਗੇ, ਪ੍ਰਾਪਤ ਕਰੋਗੇ। ਕਦੇ ਚਿੱਤ ਵੀ ਸ਼ਾਂਤੀ ਨਹੀਂ ਪ੍ਰਾਪਤ ਹੋਊਗੀ, ਕਿਉਂਕਿ ਇਹ ਜਦੋਂ ਸੰਸਾਰ ਦੇ ਕਾਰਜਾਂ ਵਿੱਚ ਚਿੱਤ ਲਾਇਆ, ਬੰਦਗੀ ਵਿੱਚ ਚਿੱਤ ਨਹੀਂ ਲਾਇਆ, ਤੇ ਫਿਰ ਸ਼ਾਂਤੀ ਕਿੱਥੋਂ ਹੋਣੀ ਹੈ। ਸ਼ਾਂਤੀ ਤੇ ਪਰਮੇਸ਼ਰ ਦੇ ਨਾਮ ਵਿੱਚ ਹੀ ਹੈ। ਵੈਰਾਗ ਸੱਚਮੁੱਚ ਹੀ ਹੋ ਜਾਵੇ, ਭਾਵ ਰਾਗ ਦਾ ਭਾਵ ਹੋ ਜਾਣਾ, ਇਹੀ ਵੈਰਾਗ ਆ। ਇਹ ਰਾਗ ਨਹੀਂ ਆ, ਇਹ ਵੈਰਾਗ ਨਹੀਂ ਆ ਕਿ ਨਫ਼ਰਤ ਕਰਨ ਲੱਗ ਪੈਣੀ ਦੂਜੇ ਸਰੀਰਾਂ ਨਾਲ। ਨਾ, ਜਿੱਥੇ ਨਾ ਰਾਗ ਆ ਨਾ ਵੈਰਾਗ ਆ, ਭਾਵ ਰਾਗ ਦਾ ਜਿਹੜਾ ਭਾਵ ਹੋ ਜਾਣਾ ਇੱਕ ਸਮਾਨ, ਬਿਨਾਂ ਮਤਲਬ ਬਿਨਾਂ ਭਾਵ ਕਿਸੇ ਗੱਲ ਤੋਂ ਕਿਸੇ ਨਾਲ ਵੀ ਲਗਾਓ ਨਾ ਰਹਿਣਾ, ਇਹ ਵੈਰਾਗ ਆ। ਸੋ ਮਰ ਕੇ ਸ਼ਾਂਤੀ ਨੂੰ ਪ੍ਰਾਪਤ ਨਹੀਂ ਹੋਵੋਗੇ ਕਦਾਚਿਤ ਵੀ। ਮਮ ਬਚਨਨ ਮਹਿ ਤਵ ਸਰਦਾ ਜਬ। ਹੁਣ ਇਸ ਦੋਹਰੀ ਦੇ ਜਣਾਉਂਦੇ ਹੋਏ ਕਹਿੰਦੇ ਵੀ ਜੇ ਕੋਈ ਕਵੇ ਵੀ ਭਰਤਰ ਮਹਾਰਾਜ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਹੈ, ਤੇ ਉਹ ਉਹਦਾ ਜਵਾਬ ਦਿੰਦੇ ਆ ਕਿ ਮਮ ਬਚਨਨ ਮਹਿ ਤਵ ਸਰਦਾ ਜਬ। ਇਹ ਭਾਈ, ਜੇ ਕਰਕੇ ਮੇਰੇ ਕਹਿਣ ਪਰ ਤੁਹਾਡਾ ਯਕੀਨ ਹੈ, ਮਮ ਬਚਨਨ ਮਹਿ, ਮੇਰੇ ਬਚਨਾਂ ਵਿੱਚ ਤਵ ਤੁਹਾਡਾ ਸਰਦਾ ਆ, ਜਾਂ ਤੁਹਾਡਾ ਯਕੀਨ ਆ, ਜਦੋਂ ਹੋ ਜਾਵੇ
ਦੋਰਸ ਸੰਕਲਪ ਵਿਕਲਪ ਤਜੋ ਅਬ। ਤਾਂ ਕਹਿੰਦੇ ਜਿਹੜੇ ਖੋਟੇ ਦੁਰ, ਖੋਟੇ ਸੰਕਲਪ ਖਿਆਲ ਆ, ਖੋਟੇ ਵਿਕਲਪ ਆ, ਕਲਪਨਾਵਾਂ, ਤੇ ਉਹ ਫਿਰ ਤੁਸੀਂ ਤਿਆਗੋ। ਖੋਟੀਆਂ ਦਲੀਲਾਂ ਜਿਹੜੀਆਂ ਉਹ ਨਾ ਕਰੋ। ਦੋਰਸ ਸੰਕਲਪ ਵਿਕਲਪ ਤਜੋ ਤਬ। ਜਦੋਂ ਮੇਰੇ ਬਚਨਾਂ 'ਚ ਤੁਹਾਡੀ ਸ਼ਰਧਾ ਹੋਊਗੀ ਉਦੋਂ ਤੁਸੀਂ ਖੋਟੇ ਜਿਹੜੇ ਖਿਆਲ ਦਲੀਲਾਂ ਛੱਡੋਗੇ। ਤੇ ਦਲੀਲਾਂ ਨਾ ਫਿਰ ਕਰਿਆ ਕਰੋ, ਆਪਣੇ ਵਿਚਾਰ ਨਾ ਦਿਆ ਕਰੋ, ਆਪਣੇ ਪ੍ਰਮਾਣ ਨਾ ਦਿਆ ਕਰੋ। ਆਸਾ ਪਾਸ ਬਹੁਤ ਬਿਦ ਕੀਜੈ। ਬਹੁ ਬਿਦ ਪਾ ਬਹੁਤ ਪ੍ਰਕਾਰ ਦਾ ਜਿਹੜਾ ਯਤਨ ਕਰਕੇ, ਕੀਜੈ ਕੀ ਕਰਕੇ, ਬਹੁਤ ਪ੍ਰਕਾਰ ਦਾ ਯਤਨ ਕਰਕੇ ਜਿਹੜੀ ਆਸਾ ਤ੍ਰਿਸ਼ਨਾ ਆ, ਇਸ ਆਸਾ ਤ੍ਰਿਸ਼ਨਾ ਦੀ ਪਾਸ ਫਾਈਆਂ ਦਾ ਜਿਹੜਾ ਤੁਸੀਂ ਤਿਆਗ ਕਰੋ। ਕਿਉਂਕਿ ਇਹ ਫਾਈ ਰੂਪ ਹੈ। ਆਸਾ ਤ੍ਰਿਸ਼ਨਾ ਲੰਮੇ ਸਮੇਂ ਦਾ ਵਿਚਾਰ ਕਰਨੀ ਕਿ ਵੀ ਚਲੋ ਅਗਲੇ ਸਾਲ ਆ ਕਰਾਂਗੇ, ਆਸਾ ਰੱਖਣੀ ਹੁੰਦੀ ਹੈ। ਤ੍ਰਿਸ਼ਨਾ ਹੋਰ ਵਧੀਕੀ ਕਰਾਂਗੇ ਕਿਸੇ ਕਾਰਜ ਦੀ। ਇਹ ਆਸਾ ਦੀ ਜਾਂ ਤ੍ਰਿਸ਼ਨਾ ਰੂਪ ਜਿਹੜੀਆਂ ਪਾਸ ਪਾਈਆਂ ਨਾ, ਬਹੁਤ ਤਰ੍ਹਾਂ ਨਾਲ ਕੀਤੀਆਂ ਹੋਈਆਂ, ਇਹਨਾਂ ਨੂੰ ਕਹਿੰਦੇ ਆ ਵੀ ਤਿਆਗ ਕਰੋ। ਤਾਸ ਨਿਵਾਸ ਨਾ ਉਰ ਮੈਂ ਦੀਜੈ। ਤਾਸ ਨਿਵਾਸ, ਪਾਸ ਭਾਵ ਤਾਸ ਨਾਮ ਉਸ ਆਸਾ ਦਾ, ਉਸ ਤ੍ਰਿਸ਼ਨਾ ਦਾ ਜਿਹੜਾ ਨਿਵਾਸ ਆ, ਨਾ ਉਰ ਮੈਂ ਦੀਜੈ, ਉਹ ਹਿਰਦੇ ਵਿੱਚ ਨਾ ਦਿਓ, ਰਹਿਣ ਵਿੱਚ ਨਾ ਦਿਓ, ਹਿਰਦੇ ਵਿੱਚ ਲਿਆਓ ਹੀ ਨਾ। ਨਾ ਕਿਸੇ ਚੀਜ਼ ਦੀ ਆਸ ਕਰੋ, ਨਾ ਤ੍ਰਿਸ਼ਨਾ ਕਰੋ। ਇਹਦਾ ਮਤਲਬ ਤਿਆਗ ਕਰੋ। ਹੋਰ ਵੀ ਸਮਝਾਉਂਦੇ ਆ, ਰਜੋ ਤਮੋ ਮੈਂ ਧੀ ਸੋ ਬ੍ਰਿਤੀ ਲਖ। ਧੀ ਨਾਮ ਬੁੱਧੀ ਦਾ, ਬੁੱਧੀ ਦੀ ਬਿਰਤੀ ਜਿਸ ਨੂੰ ਦਲੀਲ ਕਹਿੰਦੇ ਆ। ਜਿਹੜੀ ਬੁੱਧੀ ਦੀ ਬਿਰਤੀ ਹੈ ਨਾ, ਉਹਨੂੰ ਦਲੀਲ ਕਹਿੰਦੇ ਆ। ਤੇ ਰਜੋ ਗੁਣ ਰਾਜਸੀ ਸੁਭਾਅ, ਤਮੋ ਗੁਣ ਤਾਮਸੀ ਸੁਭਾਅ। ਕਹਿੰਦੇ ਵੀ ਰਜੋ ਗੁਣ ਵਿੱਚ ਤੇ ਤਮੋ ਗੁਣ ਵਿੱਚ, ਰਜੋ ਤਮੋ ਮੈਂ ਭਾਵ ਰਜੋ ਗੁਣ ਵਿੱਚ, ਤਮੋ ਗੁਣ ਵਿੱਚ ਜਿਹੜੀ ਧੀ ਬੁੱਧੀ ਆ, ਜਦੋਂ ਉਹਦੀ ਬੁੱਧੀ ਦੀ ਬਿਰਤੀ ਨੂੰ ਲੱਗ ਕੇ ਜਾਣਨਾ ਕਰੋ ਵੀ ਸਾਡੀ ਬਿਰਤੀ ਰਜੋਗੁਣੀ ਤਮੋਗੁਣੀ ਹੋ ਗਈ ਆ, ਕਰੋ ਤਾਸ ਕੋ ਨਾਸ ਫਾਸ ਦਖ। ਕਹਿੰਦੇ ਉਸ ਵੇਲੇ ਹੀ ਤਾਸ ਕਹੀਏ ਉਸ ਬਿਰਤੀ ਦਾ, ਰਜੋਗੁਣ ਬਿਰਤੀ ਦਾ, ਤਮੋਗੁਣ ਬਿਰਤੀ ਦਾ ਨਾਸ ਕਰ ਦਿਓ। ਕਿੱਦਾਂ ਕਰੋ? ਤਾਸ ਕੋ ਨਾਸ, ਉਸ ਦਾ ਨਾਸ ਕਰੋ। ਫਾਸ ਲਗ, ਫਾਹੀ ਰੂਪ ਜਾਣ ਕੇ ਵੀ ਇਹ ਫਾਹੀ ਆ, ਇਹਦੇ ਵਿੱਚ ਮੈਂ ਫਸਣਾ ਨਹੀਂ ਆ। ਤੇ ਹੁਣ ਤੁਸੀਂ ਸਮਝ ਲਓ ਰਜੋ ਗੁਣ ਕੀ, ਤਮੋ ਗੁਣ ਕੀ ਹੈ। ਜੋ ਬਹੁਤ ਪ੍ਰਕਾਰ ਦੇ ਚੰਗੇ ਚੰਗੇ ਖਾਣੇ, ਫਿਰ ਪੈਰਨ ਦੀਆਂ ਦਲੀਲਾਂ ਕਰਨੀਆਂ, ਮਤਲਬ ਚੰਗਾ ਠਾਠ ਬਾਠ, ਜਿਹੜੇ ਰਾਜੇ ਹੁੰਦੇ ਉਹਨਾਂ ਦੇ ਰਜੋ ਗੁਣੀ ਬਿਰਤੀ ਹੁੰਦੀ ਹੈ। ਇਹੋ ਜਿਹਾ ਜਿਹੜਾ ਸੁਭਾਅ ਰੱਖਣਾ ਉਹ ਰਜੋ ਗੁਣੀ ਬਿਰਤੀ ਹੈ। ਠੀਕ ਹੈ। ਤੇ ਜਾਂ ਕਿਸੇ ਜੀਵ ਨੂੰ ਹੁਣ ਮਾਰਨ ਦੀ ਦਲੀਲ ਕਰਨੀ, ਫਿਰ ਕਿਸੇ ਪ੍ਰਕਾਰ ਦਾ ਕਿਸੇ ਨੂੰ ਦੁੱਖ ਦੇਣਾ, ਕ੍ਰੋਧ ਦੀ ਜਿਹੜੀ ਬਿਰਤੀ ਹੋਣੀ, ਇਹ ਸਤੋ ਗੁਣ ਬਿਰਤੀ, ਇਹ ਤਮੋ ਗੁਣੀ ਬਿਰਤੀ ਹੈ। ਇਹ ਜਨਮ ਰੂਪ ਤੇ ਕੀ ਕਰਦੀ ਆ, ਇਹਨੂੰ ਫਾਈ ਜਾਣ ਕੇ ਛੱਡ ਦਿਓ। ਕਿਉਂਕਿ ਇਹ ਰਾਜੋ ਗੁਣੀ ਸੁਭਾਅ ਵੀ ਤੇ ਦੁੱਖ ਦੇਣ ਵਾਲਾ ਵੀ, ਇਹਨਾਂ ਜਨਮ ਮਰਨ ਦੀ ਫਾਈ ਨਹੀਂ ਕੱਟੀ ਜਾਂਦੀ। ਜਨਮ ਮਰਨ ਰੂਪੀ ਫਾਈ ਦੇਣ ਹਾਰੀ ਆ ਇਹ ਦੋਵੇਂ ਬਿਰਤੀਆਂ, ਇਹ ਫਾਈ ਰੂਪ ਇਸ ਕਰਕੇ ਤਾਂ ਕਹਿੰਦੇ ਆ ਕਿ ਇਹਨੂੰ ਫਾਈ ਜਾਣ ਕੇ ਛੱਡ ਦਿਓ। ਨਿਰਮਲ ਸਤੋ ਬ੍ਰਿਤ ਸੋ ਮਿਲ ਕਰ। ਕਹਿੰਦੇ ਆ ਵੀ ਰਜੋ ਤਮੋ ਤੋਂ ਰਹਿਤ ਜੋ ਸ਼ੁੱਧ ਸਤੋਗੁਣ ਵਾਲੀ ਬਿਰਤੀ ਆ, ਉਹਦੇ ਨਾਲ ਮਿਲ ਕਰਕੇ ਹੇ ਪੁਰਸ਼ੋ ਕੀ ਕਹਿ ਰਿਹਾ, ਨਿਰਮਲ ਸਤੋ ਬਿਰਤ ਸੋ ਮਿਲ ਕਰ। ਰਜੋ ਤਮੋ ਤੋਂ ਰਹਿਤ ਜੋ ਸ਼ੁੱਧ ਸਤੋਗੁਣ ਵਾਲੀ ਬਿਰਤੀ ਆ, ਹਾਂਜੀ, ਜਿਹਦੇ ਵਿੱਚ ਕੋਈ ਕ੍ਰੋਧ ਨਹੀਂ ਹੈ, ਕੋਈ ਰਾਜਸੀ ਸੁਭਾਅ ਨਹੀਂ, ਠਾਠ ਬਾਠ ਵਾਲੀ ਭੁੱਖ ਨਹੀਂ ਹੈਗੀ, ਉਹਦੇ ਨਾਲ ਮਿਲ ਕਰਕੇ ਕੀ ਕਹਿੰਦੇ, ਨਰੋ ਕਰੋ ਤੁਮ ਮਨ ਨਿਰਮਲ ਤਰ। ਤਰ ਦਾ ਅਰਥ ਲਾਉਣਾ ਅਤਿਸ਼ੈ ਕਰਕੇ।
ਤਾਂ ਤੁਮ ਕੋਈ ਤੁਸੀਂ ਜਿਹੜਾ ਮਨ ਆ ਉਹ ਆਪਣਾ ਨਿਰਮਲ ਕਰੋ। ਆਪਣਾ ਅਤਿਸ਼ੈ ਕਰਕੇ ਜਿਸ ਉਸ ਮਨ ਨੂੰ ਨਿਰਮਲ ਕਰੋ, ਸ਼ੁੱਧ ਕਰੋ, ਉਜਲਾ ਕਰੋ। ਕਹਿੰਦੇ ਇਹਦਾ ਮਤਲਬ ਇਹ ਜਿਹੜੀ ਆ ਆਪਣੀ ਬਿਰਤੀ ਸ਼ੁੱਧ ਸਤੋ ਗੁਣ ਇਹ ਭਲਾ ਕਿਹੜੀ ਹੁੰਦੀ ਆ? ਜੇ ਆਤਿਸ਼ੈ ਕਰਕੇ ਜਿਸ ਦਲੀਲ ਕਰਕੇ, ਜਿਸ ਬਿਰਤੀ ਕਰਕੇ, ਦਲੀਲ ਭਾਵ ਬਿਰਤੀ ਕਰਕੇ ਈਸ਼ਵਰ ਦਾ ਚਿੰਤਨ ਕਰਨਾ, ਜਾਂ ਜਿਸ ਬਿਰਤੀ ਕਰਕੇ ਸ੍ਰੇਸ਼ਟ ਕਰਮ ਕਰਨਾ ਬੜੀ ਸ਼ਾਂਤੀ ਪੂਰਵਕ, ਉਹ ਸਤੋਗੁਣ ਬਿਰਤੀ ਹੈ। ਇਸ ਨਾਲ ਕਰਕੇ ਜਿਹੜਾ ਚਿੱਤ ਸਾਫ਼ ਹੋ ਜਾਂਦਾ। ਨਿਰਮਲ ਸ਼ੁੱਧ ਸਤੋਗੁਣ ਬਿਰਤੀ ਹੈ ਜਿਹੜੀ। ਇੱਕ ਸਤੋਗੁਣ ਬਿਰਤੀ ਆ ਉਹਦੇ ਵਿੱਚ ਵੀ ਵਡਿਆਈ ਦੀ ਭੁੱਖ, ਮਾਨ ਸਤਿਕਾਰ ਦੀ ਭੁੱਖ ਹੋ ਹੀ ਜਾਂਦੀ ਹੈ। ਇੱਕ ਸ਼ੁੱਧ ਸਤੋਗੁਣ ਜਿਹਦੇ ਵਿੱਚ ਕੋਈ ਭੁੱਖ ਨਹੀਂ ਹੈ, ਸਿਰਫ ਪਰਮੇਸ਼ਰ ਦਾ ਚਿੰਤਨ ਕਰਨਾ ਹੈ। ਤੇ ਉਸ ਦੀ ਇੱਥੇ ਗੱਲ ਜਿਹੜੀ ਆ ਉਹ ਕਰ ਰਹੇ ਆ ਕਿ ਨਿਰਮਲ ਜਦੋਂ ਇਹ ਪੁਰਸ਼ੋ ਜਦੋਂ ਵੀ ਸ਼ੁੱਧ ਸਤੋਗੁਣ ਨਾਲ ਬਿਰਤੀ ਮਿਲ ਜਾਵੇ, ਤਦੋਂ ਜਿਹੜਾ ਮਨ ਅਤਿਅੰਤ ਸ਼ੁੱਧ ਕਰਕੇ ਹਰੀ ਦਾ ਸਿਮਰਨ ਕਰੋ। ਇਹ ਸ਼ੁੱਧ ਸਤੋਗੁਣ ਬਿਰਤੀ ਆ। ਐਸੇ ਵਿਸਦ ਚਿੱਤ ਕੋ ਲੋਕੋ, ਲੋਕੋ ਹੈ ਲੋਕੋ, ਇਸ ਤਰ੍ਹਾਂ ਦਾ ਜਿਹੜਾ ਚਿੱਤ ਵਿਸਦ ਭਾਵ ਚਿੱਟਾ, ਉਜਲ, ਨਿਰਮਲ, ਪਵਿੱਤਰ, ਵਿਸ਼ੇਸ਼ ਕਰਕੇ ਸ਼ੁੱਧ ਆ। ਸਾਮਿਆਕ ਨਿਜ ਸਰੂਪ ਮਹਿ ਰੋਕੋ, ਸਾਮਿਆਕ ਅਰਥ ਭਲੀ ਪ੍ਰਕਾਰ। ਐਸਾ ਜਿਹੜਾ ਚਿੱਤ ਆ ਨਾ, ਇਸ ਤਰ੍ਹਾਂ ਦਾ ਜਿਹੜਾ ਪਵਿੱਤਰ ਚਿੱਤ ਆ, ਉਸ ਨੂੰ ਭਲੀ ਪ੍ਰਕਾਰ ਨਿਜ ਸਰੂਪ, ਆਪਣੇ ਸਰੂਪ ਦੇ ਵਿੱਚ ਰੋਕੋ ਭਾਵ ਜੋੜ ਦਿਓ, ਰੋਕੋ ਭਾਵ ਲਗਾਉਣਾ ਕਰੋ। ਐਸੇ ਵਿਸਤ ਚਿੱਤ ਕੋ ਲੋਕੋ, ਐਸਾ ਸਤੋਗੁਣ ਸਹਿਤ ਸ੍ਰੇਸ਼ਟ ਕਰਮਾਂ ਨੂੰ ਕਰਦਿਆਂ, ਸਤੋਗੁਣ ਬਿਰਤੀ ਦੇ ਸਹਿਤ ਹੁੰਦਿਆਂ ਸ੍ਰੇਸ਼ਟ ਕਰਮਾਂ ਨੂੰ ਕਰਦਿਆਂ, ਪਰਮੇਸ਼ਰ ਦਾ ਚਿੰਤਨ ਕਰਦਿਆਂ, ਜਿਹੜਾ ਵਿਸਦ ਨਾਮ ਚਿੱਟਾ, ਉਜਲ, ਪਵਿੱਤਰ ਜਾਂ ਵਿਸ਼ੇਸ਼ ਕਰਕੇ ਸ਼ੁੱਧ ਹੋਇਆ ਜੋ ਚਿੱਤ ਆ, ਉਸ ਨੂੰ ਇਹ ਸਾਮਿਆਕ ਭਾਵ ਭਲੀ ਪ੍ਰਕਾਰ ਨਿਜ ਸਰੂਪ, ਆਪਣੇ ਸਰੂਪ ਵਿੱਚ, ਆਤਮ ਸਰੂਪ ਵਿੱਚ ਰੋਕੋ ਲਗਾਉਣਾ ਕਰੋ। ਕਿਉਂਕਿ ਜਿਹੜੀਆਂ ਖੋਟੀਆਂ ਬਿਰਤੀਆਂ, ਖੋਟੀਆਂ ਦਲੀਲਾਂ ਹੋਣ, ਉਹਦੇ ਨਾਲ ਮਿਲ ਕਰਕੇ ਚਿੱਤ ਵੀ ਖੋਟਾ ਹੀ ਲੱਗਦਾ। ਉਹ ਖੋਟੀ ਬਿਰਤੀ ਜਿਹੜੀ ਹੋ ਜਾਣੀ, ਉਹਦੇ ਕਰਕੇ ਚਿੱਤ ਖੋਟਾ ਲੱਗਦਾ, ਉਦੋਂ ਚਿੱਤ ਖੋਟਾ ਨਹੀਂ ਹੈ। ਕਿਉਂਕਿ ਵਾਸਤਵ ਵਿੱਚ ਜਿਹੜਾ ਚਿੱਤ ਆ ਤੇ ਚੇਤਨ ਆ, ਇਹ ਸਾਖੀ ਦੋਨੋਂ ਸ਼ੁੱਧ ਸਰੂਪ ਆ। ਕਿਉਂਕਿ ਸਵੈ ਜਾਤੀ ਆ, ਭਾਵ ਇੱਕੋ ਜਾਤੀ ਦੇ ਆ। ਜਿਵੇਂ ਮਨੁੱਖ ਇੱਕੋ ਜਾਤੀ ਹੈ, ਇਸੇ ਤਰ੍ਹਾਂ ਚਿੱਤ ਚੇਤਨ ਇੱਕੋ ਹੀ ਚੀਜ਼ ਹੈ। ਚਿੱਤ ਚੇਤਨ ਦਾ ਚੇਤਨ ਨਾਮ ਦੋਨਾਂ ਦਾ ਇੱਕੋ ਹੀ ਆ। ਠੀਕ ਹੈ, ਕਿਉਂਕਿ ਨਾਮ ਕਰਕੇ ਵੀ ਇੱਕੋ ਚਿੱਤ ਨੂੰ ਚੇਤਨ ਕਹਿ ਲੈਂਦੇ, ਚੇਤਨ ਚਿੱਤ ਕਹਿ ਲੈਂਦੇ ਆ। ਉਹ ਕਿਸੇ ਵੇਲੇ ਲਿਖਿਆ ਹੁੰਦਾ ਨਾ ਕਈ ਥਾਵਾਂ 'ਤੇ, ਜਿਸ ਕਰਕੇ ਸਜਾਤੀ ਆ। ਉਸ ਤੋਂ ਹੀ ਇਹ ਦੋਨੋਂ ਭੇਦ ਤੋਂ ਬਿਨਾਂ ਇੱਕ ਰੂਪ ਹੋ ਜਾਂਦੇ ਆ। ਤੇ ਆਪਣੇ ਸਰੂਪ ਵਿੱਚ ਲਗਾਉਣ ਕਰਕੇ ਜਦੋਂ ਇਹ ਸਵੈ ਜਾਤੀ ਭਾਵ ਜਦੋਂ ਚਿੱਤ ਨੂੰ ਸਹੀ ਟਿਕਾਣੇ 'ਤੇ ਲਿਆ ਕੇ ਟਿਕਾਈਏ ਨਾ, ਭਾਵ ਜੋ ਦਾ ਆਪਣਾ ਸਰੂਪ ਉੱਥੇ ਟਿਕਾਈਏ, ਤੇ ਫਿਰ ਇਹ ਇੱਕ ਦੋ ਨਹੀਂ ਰਹਿ ਜਾਂਦੇ। ਉਹ ਨਾ ਕਰਕੇ ਚਿੱਤ ਚੇਤਨ ਆ, ਪਰ ਚਿੱਤ ਦੀ ਬਿਰਤੀ ਜਦੋਂ ਸਵੈ ਸਰੂਪ 'ਚ ਟਿਕਾਈ, ਫਿਰ ਇਹ ਵੀ ਚੇਤਨ ਰੂਪ ਹੋ ਜਾਂਦਾ। ਤੇ ਇੱਥੇ ਚੇਤਨ ਜਿਹੜਾ ਚਿੱਤ ਨਾਮ ਆ, ਉਹ ਜਿਹੜਾ ਚੇਤਨ ਸਾਖੀ ਹੈ ਨਾ ਆਤਮਾ, ਉਹਦੇ ਆਭਾਸ ਦਾ, ਉਹਦੇ ਪ੍ਰਤੀਬਿੰਬ ਦਾ ਆ। ਠੀਕ ਆ, ਤੇ ਇਸ ਕਰਕੇ ਸ਼ੁੱਧ ਸਰੂਪ ਆ। ਆਭਾਸ ਜਿਹੜਾ ਸ਼ੁੱਧ ਸਰੂਪ ਦਾ ਹੀ ਰੂਪ ਆ। ਬਹੁਤੀਆਂ ਬਿਰਤੀਆਂ ਕਰਕੇ ਇਹਦਾ ਭੇਦ ਪ੍ਰਤੀਤ ਹੁੰਦਾ ਚਿੱਤ ਦਾ। ਕਿਉਂਕਿ ਚਿੱਤ ਦੀ ਜੋ ਚਿੱਤ ਬਣੀਆਂ ਬਾਰ-ਬਾਰ ਵੱਖਰੇ ਵੱਖਰੇ ਨਿਕਲਦੀਆਂ ਨਾ, ਚਿੱਤ ਕਹਿ ਲਓ, ਮਨ ਕਹਿ ਲਓ, ਉਹਦੇ ਕਰਕੇ ਹੀ ਇਹ ਮਨ ਤੋਂ ਜੋਤ ਸਰੂਪ ਹੈ, ਉਹਦੇ ਕਰਕੇ ਇਹ ਵੱਖਰਾ ਪ੍ਰਤੀਤ ਹੁੰਦਾ ਹੈ। ਅਸਲ ਵਿੱਚ ਉਹ ਬਿਰਤੀਆਂ ਕਰਕੇ, ਬਿਰਤੀਆਂ ਖਤਮ ਹੋ ਜਾਣ ਤੇ ਉਹਦਾ ਹੀ ਰੂਪ ਹੋ ਜਾਂਦਾ, ਭਾਵ ਲੀਨ ਜਦੋਂ ਹੋ ਜਾਂਦਾ। ਅਸਲ ਦੇ ਵੇਖੋ ਬਿੰਬ ਤੇ ਪ੍ਰਤੀਬਿੰਬ ਵੱਖਰਾ ਨਹੀਂ ਹੁੰਦਾ, ਉਹਦੀ ਨਿਆਈ ਇੱਕ ਹੀ ਆ। ਬਿੰਬ ਕੀ ਹੁੰਦਾ? ਜਿੰਨਾ ਹਿੱਸਾ ਸਾਡਾ ਸ਼ੀਸ਼ੇ ਤੋਂ ਬਾਹਰ ਆ, ਤੇ ਜਿਹੜਾ ਸ਼ੀਸ਼ੇ ਵਿੱਚ ਕੈਚ ਹੋ ਰਿਹਾ ਨਾ, ਜਿੰਨਾ ਹਿੱਸਾ ਸਾਡੇ ਸਰੀਰ ਦਾ ਸ਼ੀਸ਼ੇ ਵਿੱਚ ਕੈਚ ਹੋ ਰਿਹਾ ਵਾ, ਤੇ
ਉਹ ਬਾਹਰੀ ਹਿੱਸਾ ਬਿੰਬ ਕਿਹਾ ਜਾਂਦਾ, ਜਿਹੜਾ ਅੰਦਰ ਵੱਲ ਨੂੰ ਪ੍ਰਤੀਬਿੰਬ ਕਿਹਾ ਜਾਂਦਾ। ਭਾਵ ਬਿੰਬ ਦਾ ਉਲਟਾ ਪ੍ਰਤੀਬਿੰਬ। ਠੀਕ ਹੈ ਜੀ। ਤੇ ਇਸ ਪ੍ਰਕਾਰ ਜਿਹੜਾ ਹੈ ਬਿੰਬ ਤੇ ਪ੍ਰਤੀਬਿੰਬ ਵਿੱਚ ਭੇਦ ਨਹੀਂ ਹੁੰਦਾ। ਉਹਦਾ ਰੂਪ ਹੁੰਦਾ ਸ਼ੀਸ਼ਾ ਟੁੱਟ ਜੇ ਤੇ ਪ੍ਰਤੀਬਿੰਬ ਰਹਿੰਦਾ ਨਹੀਂ। ਸਜਾਤੀ ਬਿਰਤੀ ਕਰਕੇ ਏਕਤਾ ਦੀ ਪ੍ਰਤੀਤੀ ਸੋ ਸਾਖਿਅਤ ਹੁੰਦੀ ਹੈ। ਤੇ ਚੇਤਨ ਨਾਮ ਆਤਮਾ ਦਾ, ਠੀਕ ਹੈ, ਆਪਣੇ ਆਪ ਦਾ। ਆਪਣਾ ਚੇਤਨ ਨਾਮ ਜਿਹੜੀ ਆਤਮਾ ਵਾ, ਉਹ ਆਤਮਾ ਕੀ ਆਪਣਾ ਆਪ, ਆਤਮਾ ਨੂੰ ਕਹਿੰਦੇ ਆਪਣਾ ਆਪ। ਜਿਸ ਤਰ੍ਹਾਂ ਕੋਈ ਪੁਰਸ਼ ਕਹਿੰਦਾ ਕਿ ਮੇਰਾ ਮਨ ਕਿਧਰੇ ਚਲਾ ਗਿਆ ਸੀ, ਮੇਰੇ ਮਨ 'ਚ ਆਹ ਗੱਲ ਆਉਂਦੀ ਹੈ। ਇਸ ਕਹਿਣ ਦੇ ਨਾਲ ਜੋ ਮਨ ਤੋਂ ਭਿੰਨ ਮੇਰਾ ਕਰਕੇ ਪ੍ਰਤੀਤ ਹੁੰਦਾ, ਉਹ ਆਪਣਾ ਆਤਮਾ ਚੇਤਨ ਹੈ। ਇਸ ਤਰ੍ਹਾਂ ਜਾਣ ਲਓ। ਭਾਵ ਮੇਰਾ ਮਨ ਜੋ ਮੇਰਾ ਆ, ਮਤਲਬ ਮੇਰਾ ਹੀ ਆ, ਮੇਰਾ ਹੀ ਰੂਪ ਆ। ਠੀਕ ਹੈ ਜੀ। ਇਸ ਕਰਕੇ ਉਹ ਚੇਤਨ ਦਾ ਹੀ ਰੂਪ ਹੈ ਚਿੱਤ। ਚਿੱਤ ਦੀ ਜਦੋਂ ਬਿਰਤੀ ਬਾਹਰ ਜਾਂਦੀ ਹੈ, ਠੀਕ ਆ, ਉਦੋਂ ਵੱਖਰਾ ਪ੍ਰਤੀਤ ਹੁੰਦਾ। ਜਦੋਂ ਚਿੱਤ ਦੀ ਬਿਰਤੀ ਹੀ ਚੇਤਨ ਜਾਂ ਸਵੈ ਸਰੂਪ 'ਚ ਟਿਕਦੀ ਜਾ ਕੇ, ਉਦੋਂ ਉਹ ਹੀ ਬਿਰਤੀਆਂ ਬਾਹਰਲੀ ਖਤਮ ਹੋ ਜਾਂਦੀਆਂ ਅਤੇ ਚੇਤਨ ਰੂਪ ਹੋ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਆ ਵੀ ਚਿੱਤ ਚੇਤਨ ਬਿਬ ਨਿਰਮਲ ਤਾਂ। ਇਸ ਵਾਸਤੇ ਚਿੱਤ ਚੇਤਨ ਦੋਨੋਂ ਹੀ ਨਿਰਮਲ ਆ। ਭਾਵ ਉਹਦਾ ਹੀ ਰੂਪ ਹੋਣੇ ਕਰਕੇ ਨਿਰਮਲ ਆ। ਠੀਕ ਆ, ਕਿਉਂਕਿ ਉਹ ਤੋਂ ਵੱਖਰਾ ਨਹੀਂ ਆ। ਭਵਤ ਅਭੇਦ ਸਜਾਤੀ ਜਾਂਤੇ, ਭਵਤ ਅਭੇਦ ਸਜਾਤੀ ਜਾਂਤੇ। ਅਤੇ ਸਜਾਤੀ ਹੋਣ ਕਰਕੇ ਅਭੇਦ ਭਵਤ ਕਹੀਏ ਹੋ ਜਾਂਦੇ ਹੈ। ਸਜਾਤੀ ਭੇਦ, ਸਜਾਤੀ ਭਾਵ ਇੱਕੋ ਜਾਤੀ ਦੇ ਹੋਣ ਕਰਕੇ ਨਾ, ਤੇ ਇੱਕ ਰੂਪ ਹੀ ਅਭੇਦ ਭਾਵ ਭੇਦ ਫਰਕ ਤੋਂ ਭਵਤ ਹੋ ਜਾਂਦੇ। ਸਜਾਤੀ ਹੋ ਕਰਕੇ ਭੇਦ ਹੋ ਜਾਂਦੇ ਹਾਂ। ਜਦੋਂ ਚਿੱਤ ਦੀ ਬਿਰਤੀ ਪਛਾਣ ਟੁੱਕ ਜਾਂਦੀ ਨਾ ਆਪਣੇ ਸਵੈ ਸਰੂਪ 'ਚ, ਕਿਉਂਕਿ ਵੇਖੋ ਬਿਰਤੀ ਤੇ ਮਨ, ਚਿੱਤ ਦੀ ਮਨ ਦੀ ਹੁੰਦੀ ਹੈ, ਬਿਰਤੀ ਆਤਮਾ ਦੀ ਹੁੰਦੀ ਨਹੀਂ ਹੈ। ਤੇ ਉਹੀ ਬਿਰਤੀ ਜਦੋਂ ਪਿਛਾਂ ਬਾਹਰ ਨਿਕਲਦੀ ਸੰਸਾਰੀ ਬਿਰਤੀ, ਜਦੋਂ ਬ੍ਰਹਮਾਕਾਰ ਹੁੰਦੀ ਤਾਂ ਉਹਦਾ ਰੂਪ ਹੋ ਜਾਂਦੀ ਹੈ। ਉਹ ਫਿਰ ਮਨ ਵੀ ਉਹਦਾ ਰੂਪ ਹੋ ਜਾਂਦਾ, ਕਿਉਂਕਿ ਮਨ ਦੀਆਂ ਬਿਰਤੀਆਂ ਖਤਮ ਜਦੋਂ ਸਵੈ ਸਰੂਪ ਟਿਕਦੀ ਜਾ ਕੇ, ਜਿਵੇਂ ਬੂੰਦ ਸਮੁੰਦਰ 'ਚ ਹੀ ਜਾ ਕੇ ਡਿੱਗ ਪਏ ਤੇ ਉਹ ਖਤਮ ਹੋ ਜਾਂਦੀ, ਲੀਨ ਹੋ ਜਾਂਦੀ। ਇਸੇ ਤਰ੍ਹਾਂ ਜਦੋਂ ਚਿੱਤ ਦੀ ਬਿਰਤੀ, ਮਨ ਦੀ ਬਿਰਤੀ ਇਹ ਸਵੈ ਸਰੂਪ 'ਚ ਟਿਕਦੀ ਜਾ ਕੇ, ਉਦੋਂ ਇਹ ਸਮਾਪਤੀ ਹੋ ਜਾਂਦੀ ਹੈ, ਅਭੇਦ ਹੋ ਜਾਂਦੀ। ਅਤੇ ਵੈਸੇ ਵੀ ਚਿੱਤ ਚੇਤਨ ਨਾਮ ਕਰਕੇ ਵੀ ਸਜਾਤੀ ਆ। ਭਾਵ ਚੇਤਨ ਦੀ ਥਾਂ ਚਿੱਤ ਵਰਤਿਆ ਜਾਂਦਾ ਹੈ, ਅਤੇ ਚਿੱਤ ਦੀ ਥਾਂ ਚੇਤਨ ਵਰਤਿਆ ਜਾਂਦਾ ਹੈ, ਅੱਖਰਾਂ ਮਾਤਰ ਵੀ। ਭੇਦ ਸਜਾਤੀ ਪੁਨਾ ਵਿਜਾਤੀ। ਹੁਣ ਆਤਮਾ ਵੀ ਕਿਸ ਤਰ੍ਹਾਂ, ਉਹਦਾ ਕਥਨ ਇੱਥੇ ਆ ਰਿਹਾ ਵੀ ਜਿਹੜੇ 3 ਪ੍ਰਕਾਰ ਦੇ ਭੇਦ ਆ, ਸੁਜਾਤੀ ਵਿਜਾਤੀ ਸਵੈਗਤ। ਕਹਿੰਦੇ ਵੀ ਉਸ ਆਤਮਾ ਦੇ ਵਿੱਚ ਸੁਜਾਤੀ ਭੇਦ ਨਹੀਂ ਹੈ, ਸਾਜਾਤੀ। ਪੁਨः ਫਿਰ ਵਿਜਾਤੀ ਭੇਦ ਵੀ ਨਹੀਂ ਹੈ। ਸੁਗਤ ਤ੍ਰਿਭੇਦ ਅਤੀਤ ਅਜਾਤੀ। ਤ੍ਰਿਭੇਦ 3 ਜਿਹੜੇ ਭੇਦ ਆ, ਪਾ ਸਵੈਗਤ ਪਾ ਕੇ, ਸਵੈਗਤ ਭੇਦ ਵੀ ਨਹੀਂ ਹੈ। ਅਰਥਾਤ ਆਤਮਾ 3 ਭੇਦਾਂ ਤੋਂ ਅਤੀਤ ਰਹਿਤ ਹੈ ਅਤੇ ਅਜਾਤੀ ਜਾਤ ਤੋਂ ਰਹਿਤ ਹੈ। ਇਹ ਥੋੜ੍ਹਾ ਸਮਝਾ ਦਾਂ। ਇਹਦਾ ਭਾਵ ਇਹ ਆ, ਜਿਸ ਤਰ੍ਹਾਂ ਘੜੇ ਜਿਹਾ ਦੂਜਾ ਘੜਾ ਹੁੰਦਾ ਹੈ। ਘੜੇ ਕਿੰਨੇ ਹੁੰਦੇ ਆ? ਇਹ ਸੁਜਾਤੀ ਭੇਦ ਆ। ਘੜੇ ਵਰਗਾ ਦੂਜਾ ਘੜਾ ਹੈ ਇੱਕੋ ਜਾਤੀ ਦਾ, ਠੀਕ ਹੈ, ਉਹ ਵੀ ਘੜਾ ਤੋਂ ਵੀ ਘੜਾ। ਇਹ ਸੁਜਾਤੀ ਭੇਦ ਵੱਖਰਾ ਵੱਖਰਾ ਭੇਦ ਹੁੰਦਾ ਨਾ, ਜਿਵੇਂ ਮਨੁੱਖ ਅਤੇ ਮਨੁੱਖ ਆ, ਇਹ ਸੁਜਾਤੀ ਭੇਦ ਆ। ਜਿਵੇਂ ਜੱਟ ਦਾ ਜਾਂ ਇੱਕ ਜੱਟ ਦੂਜਾ ਜੱਟ, ਇਹ ਸੁਜਾਤੀ ਭੇਦ ਆ। ਅਤੇ ਆਤਮਾ ਜਿਹੀ ਹੋਰ ਕੋਈ ਆਤਮਾ ਨਹੀਂ ਹੈ। ਇੱਕੋ ਹੀ ਆਤਮਾ ਭਾਵੇਂ ਕੋਈ ਪ੍ਰਤੀਤ ਹੁੰਦੀਆਂ ਸਰੀਰ ਦੇ ਵੱਖੋ ਵੱਖਰੀਆਂ, ਪਰ ਨਹੀਂ, ਐਸੀ ਗੱਲ ਨਹੀਂ ਹੈ। ਇੱਕ ਹੋਣ ਕਰਕੇ ਆਤਮਾ 'ਚ ਸੁਜਾਤੀ ਭੇਦ ਨਹੀਂ ਹੈ। ਅਤੇ
ਆਤਮਾ ਤੋਂ ਭਿੰਨ ਕੋਈ ਦੂਜਾ ਪਦਾਰਥ ਨਹੀਂ ਹੈ। ਇਸ ਲਈ ਉਸ ਵਿੱਚ ਜਾਤੀ ਭੇਦ ਵੀ ਨਹੀਂ ਹੈ। ਜਿਵੇਂ ਬ੍ਰਾਹਮਣ ਆ, ਬ੍ਰਾਹਮਣ ਦਾ ਉਲਟਾ ਕੀ ਆ, ਦੂਜੀ ਜਾਤੀ ਕੀ ਹੈ, ਉਹ ਹੈ ਖੱਤਰੀ, ਖੱਤਰੀ ਦੀ ਹੈ ਵੈਸ, ਵੈਸ ਤੋਂ ਸ਼ੂਦਰ। ਇਸ ਤਰ੍ਹਾਂ ਆਤਮਾ ਦੀ ਤਾਂ ਕੋਈ ਵੀ ਜਾਤੀ ਹੈ ਨਹੀਂ, ਭਾਵ ਆਤਮਾ ਤੋਂ ਵੱਖਰਾ ਪਦਾਰਥ ਤਾਂ ਕੋਈ ਹੈ ਨਹੀਂ। ਆ ਸੰਸਾਰ ਇੱਥੇ ਆਤਮਾ ਦੀ ਗੱਲ ਹੁੰਦੀ ਵੀ ਆਤਮਾ ਕੈਸਾ ਹੈ, ਵੀ ਉਹ ਤੇ ਬੰਦੇ ਦੇ ਹੁਣ ਸਾਡੀ ਵੀ ਜਾਤੀਆਂ ਹੈ ਹੀ ਦੱਸ ਦਿੱਤਾ ਹੈ। ਜੱਟ ਜੱਟ ਹੋ ਗਿਆ, ਇਸ ਜਾਤੀ ਭੇਦ ਵੀ ਇੱਕੋ ਜਾਤੀ ਦੇ ਇੱਕੋ ਇੱਕੋ ਮਿਲਦੀ ਇੱਕ ਬਰਾਬਰ ਵਿੱਚ। ਵਿਜਾਤੀ ਹੋ ਗਿਆ, ਜੱਟ ਤੋਂ ਮਜ਼੍ਹਬੀ ਸਿੱਖ ਹੋ ਗਿਆ। ਇਸ ਤਰ੍ਹਾਂ ਆਤਮਾ ਤਾਂ ਕੋਈ ਨਹੀਂ ਹੈ ਵੀ ਆਤਮਾ ਆ ਜਾਤੀ ਦੀ ਹੈ ਅਤੇ ਵਿਜਾਤੀ ਦੂਜੀ ਆਤਮਾ ਆ ਜਾਤੀ ਦੀ, ਐਸਾ ਤਾਂ ਕੋਈ ਹੈ ਨਹੀਂ। ਇਸ ਤਰ੍ਹਾਂ ਵਿਜਾਤੀ ਭੇਦ ਵੀ ਨਹੀਂ ਹੈ, ਨਾ ਆਤਮਾ ਤੋਂ ਵੱਖਰਾ ਕੋਈ ਪਦਾਰਥ ਹੀ ਹੈ ਆਤਮਾ ਵਰਗਾ। ਠੀਕ ਹੈ ਨਹੀਂ। ਹੁਣ ਬੰਦੇ ਦੇ ਉਲਟ ਦੀ ਜਾਤੀਆਂ ਹੈ, ਡੰਗਰ ਹੈ, ਪਸ਼ੂ ਪੰਛੀ ਜਾਨਵਰ ਕਿੰਨੇ ਹੈ। ਆਤਮਾ ਤੋਂ ਵੱਖਰੀ ਤਾਂ ਕੋਈ ਨਹੀਂ ਨਾ ਹੈਗੀ ਉਹੋ ਜਿਹੀ ਕਿ ਜੋ ਆਤਮਾ ਤੋਂ ਵੱਖਰੀ ਕੋਈ ਜਾਤੀ ਹੋਵੇ। ਅੱਗੇ ਆ ਗਿਆ ਸਵੈਗਤ ਭੇਦ। ਸਵੈਗਤ ਭੇਦ ਵੀ ਉਸ 'ਚ ਨਹੀਂ ਹੈ ਆਤਮਾ ਵਿੱਚ। ਜਿਸ ਤਰ੍ਹਾਂ ਸਰੀਰ ਦਾ ਰੰਗ ਗੋਰਾ ਕਾਲਾ, ਅਤੇ ਇਸੇ ਤਰ੍ਹਾਂ ਹੱਥ ਦੀਆਂ 5 ਉਂਗਲੀਆਂ ਜਿਹਾ ਕਿੰਨਾ ਫਰਕ ਜਿਹਾ, ਪੈਰ ਹੈ ਗਾਂਹ ਨੂੰ, ਸਿਰ ਵੱਖਰਾ ਜਿਹਾ ਹੈ ਆਦਿਕ, ਢਿੱਡ ਗਾਂਹ ਨੂੰ ਹੈ, ਆ ਕੂਹਣੀਆਂ ਕਿੱਦਾਂ ਮੁੜੀਆਂ ਹੋਈਆਂ, ਜਿੱਦਾਂ ਰੁੱਖ ਥੱਲੇ ਸ਼ੁਰੂ ਹੁੰਦਾ ਅਤੇ ਉੱਤੇ ਜਾ ਕੇ ਖਿਲਰ ਜਾਂਦਾ, ਟਾਹਣੀਆਂ ਫੁੱਲ ਕਿੰਨੇ ਭੇਦ ਹੋ ਜਾਂਦੇ। ਸਵੈਗਤ ਸਰੀਰ ਦੇ ਆਪਣੇ ਵਿੱਚ ਭੇਦ। ਸਰੀਰ ਵਿੱਚ ਜਿਵੇਂ ਸਾਡਾ ਸਰੀਰ ਹੈ ਸਵੈਗਤ, ਗਤ ਨਾਮ ਸਰੀਰ ਦਾ, ਸਵੈ ਨਾਮ ਆਪਣੇ ਸਰੀਰ ਵਿੱਚ ਕਿੰਨੇ ਭੇਦ ਹੈ। ਢਿੱਡ ਗਾਂਹ ਨੂੰ ਹੈ, ਇਸ ਤਰ੍ਹਾਂ ਗੋਡੇ ਜਿਹੇ ਗਾਂਹ ਨੂੰ ਹੈ, ਬਰਾਬਰ ਨਹੀਂ ਨਾ ਹੈਗਾ, ਫਰਕ ਹੀ ਹੈ ਨਾ ਸਰੀਰ ਵਿੱਚ ਇੱਧਰ ਉੱਧਰ, ਅੰਗੂਠਾ ਕਿੱਦਾਂ, ਉਂਗਲਾ ਕਿੱਦਾਂ ਹੈ। ਇਸ ਤਰ੍ਹਾਂ ਆਤਮਾ ਦਾ ਕੋਈ ਨਾ ਤਾਂ ਹੈ ਰੂਪ ਰੰਗ ਕਾਲਾ ਗੋਰਾ, ਨਾ ਤਾਂ ਕੋਈ ਆਤਮਾ ਉੱਚੀ ਲੰਮੀ ਹੈ, ਨਾ ਮਧਰੀ ਆ, ਨਾ ਗੋਰਾ ਕਾਲਾ ਰੰਗ ਹੀ ਉਸ ਵਿੱਚ ਹੈ ਨਹੀਂ ਹੈ। ਇਸ ਕਰਕੇ ਸਵੈਗਤ ਭੇਦ ਤੋਂ ਹੀ ਆਤਮਾ ਰਹਿਤ ਹੈ। ਠੀਕ ਆ। ਕੋਈ ਵੀ ਉਹਦੇ ਵਿੱਚ ਉਹ ਗੁਰਬਾਣੀ ਵਿੱਚ 10ਵੇਂ ਪਾਤਸ਼ਾਹ ਮਹਾਰਾਜ ਬਚਨ ਹੈ ਨਾ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਰੂਪ ਨਾਲ ਰਿਖੜਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਠੀਕ ਆ। ਇਹ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਲਹਿਨ, ਜਿਹ ਰੂਪ ਰੰਗ ਅਰ ਦੇਖ ਬੇਖ ਕੋ ਕਹਿਨ ਸਕਤ ਕਿਹਾ। ਇਸ ਪ੍ਰਕਾਰ ਸਵੈਗਤ ਭੇਦ ਵੀ ਨਹੀਂ ਆ। ਅਜਾਤੀ ਉਹਦੇ ਵਿੱਚ ਕੋਈ ਜਾਤ ਨਹੀਂ ਹੈ। ਖੱਤਰੀ ਬ੍ਰਾਹਮਣ ਸੂਦ ਵੈਸ 4 ਜਾਤਾਂ ਹੈ। ਇਹ ਆਤਮਾ 'ਤੇ ਕੋਈ ਨਹੀਂ ਵੀ ਨਾ ਖੱਤਰੀ ਨਾ ਬ੍ਰਾਹਮਣ, ਆਤਮਾ 'ਤੇ ਕੋਈ ਵੀ ਨਹੀਂ ਹੈਗੀ। ਠੀਕ। ਆਤਮਾ ਤੇ ਆਤਮਾ ਹੀ ਆ, ਉਹਦਾ ਕੋਈ ਨਾਂ ਹੀ ਨਹੀਂ ਹੈਗਾ। ਠੀਕ ਨਹੀਂ। ਉਹਦਾ ਤਾਂ ਕੋਈ ਨਾਂ ਹੀ ਨਹੀਂ ਹੈਗਾ। ਅਨਾਮ ਹੈ, ਨਾਮ ਤੋਂ ਰਹਿਤ ਹੈ, ਕਿਉਂਕਿ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ। ਇਹਦੇ ਆਪਾਂ ਹੀ ਪਾਇਆ ਨਾ ਪਰਮਾਤਮਾ, ਪਰਮ ਆਤਮਾ, ਪਾਰ ਬ੍ਰਹਮ ਜੋ ਪ੍ਰਕਿਰਤੀ ਤੋਂ ਪਰੇ ਆ, ਭਾਵ ਸਭ ਤੋਂ ਪਰੇ ਤੇ ਬ੍ਰਹਮ ਵਿਆਪਕ, ਉਹਦੇ ਗ੍ਰੰਥਾਂ ਮੁਤਾਬਕ ਪਿਆ ਨਾ। ਉਹਦਾ ਉੱਦਾਂ ਦਾ ਕੋਈ ਨਾਮ ਨਹੀਂ ਉਹਦਾ। ਸਤਿਨਾਮ ਤੇਰਾ ਭਰਪੂਰ ਬੜਾ, ਉਹ ਵੀ ਜਦੋਂ ਹੋਂਦ 'ਚ ਆਉਣ ਕਰਕੇ ਸਤਿਨਾਮ ਪਿਆ ਹੈ, ਨਹੀਂ ਤਾਂ ਕੋਈ ਨਾਮ ਨਹੀਂ ਹੈ। ਇਹਦੇ ਬੋਲੀ ਦਾ ਬੋਲੀ ਕਰਕੇ ਨਾਮ ਪਿਆ ਹੈ। ਇਸ ਤਰ੍ਹਾਂ ਜਾਤਾਂ ਤੋਂ ਵੀ ਰਹਿਤ ਹੈ। ਜਾਤ ਤੇ ਵੈਸੇ ਵੀ ਸਰੀਰ ਦੀ ਹੁੰਦੀ ਹੈ। ਬ੍ਰਾਹਮਣ ਘਰ ਜਨਮ ਲੈ ਕੇ ਕਹਿੰਦੇ ਬ੍ਰਾਹਮਣ ਆ। ਜੇ ਉਹੀ ਬੱਚਾ ਜਦੋਂ ਪੈਦਾ ਬ੍ਰਾਹਮਣਾ ਘਰ ਹੋਇਆ ਤੇ ਚੱਲ ਜੇ ਕਿਤੇ ਮਾੜੀ ਜਾਤੀ ਸੂਦਰਾਂ ਘਰ, ਤੇ ਉਹਦੇ ਨਾਂ ਸੂਦਰ ਪੈ ਜਾਣਾ। ਇਹਦੇ ਸਰੀਰ ਦਾ ਹੀ ਨਾਮ ਪੈ ਗਿਆ ਨਾ। ਸਰੀਰ ਛੱਡਣ ਤੋਂ ਬਾਅਦ ਕਿਹਦਾ ਨਾਮ ਪੈਂਦਾ? ਕੋਈ ਨਹੀਂ ਨਾਮ ਲੱਗਾ। ਹੋਰ ਕੌਣ ਕਹਾਂ ਕਿੱਥੋਂ ਆਇਆ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ। ਇਸ ਤਰ੍ਹਾਂ ਕੋਈ ਨਾਮ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹਾਂਜੀ। ਜਾਤ ਨਾਮ ਜਨਮ ਦਾ ਹੁੰਦਾ, ਫਿਰ ਉਹ ਜਨਮਿਆ ਨਹੀਂ ਹੈ। ਇਸ ਕਰਕੇ ਆਜ਼ਾਤੀ ਹੈ, ਜਨਮ ਤੋਂ ਰਹਿਤ ਹੈ। ਭਾਵ ਇਹ ਹੈ ਕਿ ਉਹਦੀ ਨਾ ਉਤਪਤੀ ਕੋਈ ਕਰਨ ਵਾਲਾ ਅਤੇ ਨਾ ਹੀ ਤਿੰਨਾਂ ਭੇਦਾਂ ਵਾਲਾ। ਇਸ ਲਈ ਤਿੰਨਾਂ ਭੇਦਾਂ ਤੋਂ ਅਤੀਤ, ਨਿਰਲੇਪ, ਅਸੰਗ ਅਤੇ ਅਜਾਤੀ ਆ। ਠੀਕ ਹੈ। ਤਾਂ ਤੇ ਤਾਮੋ ਬਿਰਤ ਸਜਾਤੀ। ਤਾਂ ਤੇ ਭਾਵ ਇਸ ਕਰਕੇ ਤਾਮੋ ਕਹੀਏ ਉਸ ਵਿੱਚ ਜਿਹੜੀ ਬਿਰਤੀ ਹੈ ਨਾ, ਸਹਿਜਾਤੀ ਬਿਰਤੀ। ਹਾਂਜੀ। ਅਰ ਭੋਜਨੋ ਤੁਮ ਦਿਨ ਰਾਤੀ, ਤੁਮ ਕਹੀਏ ਤੁਸੀਂ, ਦਿਨ ਰਾਤ ਅਰਪਣ ਕਰੋ, ਲਗਾਉਣਾ ਕਰੋ, ਜੋੜਨਾ ਕਰੋ। ਹੇ ਜਨੋ ਕਹੀਏ ਹੇ ਜਨੋ। ਹਾਂਜੀ।
ਤੇ ਪੁੱਛੋ ਸਜਾਤੀ ਬਿਰਤੀ ਕਿਹੜੀ ਆਤਮਾ ਦੀ। ਇਹ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਸਜਾਤੀ ਬਿਰਤੀ ਦੀ ਖੂਬ ਉਸੇ ਵਰਗੀ, ਤੇ ਉਹ ਸਜਾਤੀ ਫਿਰ ਉਸੇ ਵਰਗਾ ਆਤਮਾ ਤੇ ਪਰਮਾਤਮਾ ਹੀ ਇੱਕੋ ਹੀ ਆਪ ਹੋਵੇ ਜੀ। ਠੀਕ ਆ, ਉਹਦੀ ਆਪਣੀ ਬਿਰਤੀ ਇਹੋ ਹੀ ਆ। ਜਿਹੜਾ ਕਹਿਣਾ ਤੂੰ ਬ੍ਰਹਮ ਹੈ ਇਹ ਵਿਜਾਤੀ ਬਿਰਤੀ ਹੈ, ਜਿਹੜਾ ਕਹਿਣਾ ਕਿ ਮੈਂ ਬ੍ਰਹਮ ਹਾਂ ਸਜਾਤੀ ਬਿਰਤੀ ਆ, ਭਾਵ ਆਪਣੇ ਆਪ 'ਚ ਹੋਈ ਬਿਰਤੀ ਹੈ। ਤੇ ਉਹ ਬਿਰਤੀ ਕੀ ਆ, ਜਿਹੜਾ ਵੇਦਾਂ ਦਾ ਮਹਾਵਾਕਣ ਅਹੰ ਬ੍ਰਹਮਾਸਮੀ, ਉਹਦਾ ਪੜ੍ਹਦੇ ਅਹੰ ਬ੍ਰਹਮਾਸਮੀ, ਤੇ ਉਹਦੇ ਵਿੱਚੋਂ ਹੀ ਉਹ ਨਿਕਲ ਆਉਂਦੇ ਨਾ ਅੱਖਰ। ਕਿਉਂਕਿ ਸੰਸਕ੍ਰਿਤ ਵਿੱਚ ਇਸ ਤਰ੍ਹਾਂ ਹੈ, ਹਰ ਅੱਖਰ ਵਿੱਚੋਂ ਜਿਹੜਾ ਨਿਕਲਣਾ, ਹਰ ਬਿਆਰੀ ਵਿੱਚੋਂ ਜਿਹੜੀ ਨਿਕਲਣੀ। ਅਹੰ ਨਾਮ ਮੈਂ ਦਾ, ਬ੍ਰਹਮ ਨਾਮ ਬ੍ਰਹਮ ਦਾ, ਆਸ ਜਿਹੜਾ ਮੁਕਤੀ ਅੱਖਰ 'ਚ ਨਿਕਲਣਾ ਅਹੰ ਬ੍ਰਹਮਸਮੀ, ਮਸਮੀ ਉਹੜਾ ਸੱਸੇ 'ਚੋਂ ਕੱਢ ਲਓ, ਮੰਮੇ 'ਚੋਂ ਕੱਢ ਲਓ, ਉਹ ਬਣ ਗਿਆ ਅਹੰ ਬ੍ਰਹਮ ਅਸਮਈ। ਬਿਹਾਰੀ 'ਚ ਨਿਕਲ ਗਈ ਈੜੀ, ਬਣ ਗਿਆ ਮਈ। ਠੀਕ ਹੈ, ਅਹੰ ਬ੍ਰਹਮ ਅਸਮਈ ਮਤਲਬ ਅੰਗ ਨਾਮ ਮੈਂ ਦਾ, ਬ੍ਰਹਮ ਨਾਮ ਬ੍ਰਹਮ ਦਾ, ਅਸ ਨਾਮ ਹੈ ਦਾ, ਮਈ ਨਾਮ ਰੂਪ ਦਾ, ਮੈਂ ਬ੍ਰਹਮ ਰੂਪ ਹਾਂ। ਇਹੀ ਜਿਹੜੀ ਬਿਰਤੀ ਆ ਇਹ ਹੈ ਸੁਜਾਤੀ ਬਿਰਤੀ। ਇਹ ਆਤਮਾ ਦੀ ਖੁਦ ਦੀ ਬਿਰਤੀ, ਮਤਲਬ ਆਪਣੀ ਬਿਰਤੀ, ਮੈਂ ਬ੍ਰਹਮ ਹਾਂ। ਜਿਹੜਾ ਕਹਿਣਾ ਤੂੰ ਬ੍ਰਹਮ ਹੈ ਇਹ ਵਿਜਾਤੀ ਬਿਰਤੀ ਹੈ, ਉਹ ਕਿਸੇ ਨੂੰ ਜਨਾਉਣ ਵਾਲੀ ਗੱਲ ਹੋ ਜਾਂਦੀ, ਵਿਜਾਤੀ ਬਿਰਤੀ ਹੈ। ਜਿਹੜਾ ਆਪਣੇ ਆਪ ਨੂੰ ਜਨਾਉਣਾ, ਆਪਣੇ ਵਰਗੇ ਨੂੰ ਜਨਾਉਣਾ, ਉਹ ਸੁਜਾਤੀ ਬਿਰਤੀ ਹੈ। ਇਸ ਕਰਕੇ ਇਸ ਬਿਰਤੀ ਵਿੱਚ ਦਿਨ ਰਾਤ ਆਪਣੇ ਮਨ ਨੂੰ ਤੁਸੀਂ ਲਾਓ। ਠੀਕ ਹੈ, ਇਸ ਵਿੱਚ ਲਾਉਣਾ ਕਰੋ ਆਪਣੇ ਮਨ ਨੂੰ। ਇਹ ਬੜੀ ਡੂੰਘੀ ਜੀ ਵਿਚਾਰ ਇੱਥੇ। ਸੋ ਇਹ ਜਿਹੜੇ ਧਿਆਨ ਨਾਲ ਸੁਣਨਗੇ ਉਹਨਾਂ ਨੂੰ ਪਤਾ ਲੱਗਣਾ, ਕਿਉਂਕਿ ਜਿੱਥੇ ਆਤਮਾ ਦਾ ਵਿਸ਼ਾ ਆ ਜੇ ਉੱਥੇ ਤੇ ਮੇਰੇ ਵਰਗੇ ਸਭ ਫੇਲ ਹੋ ਜਾਂਦੇ ਗਿਆਨੀ, ਸਮਝ ਨਹੀਂ ਪੈਂਦੀ। ਵੇਦਾਂਤ ਦਾ ਵਿਸ਼ਾ ਹੈ, ਥੋੜਾ ਸਮਝ ਲਓ। ਜੋ ਕਿਹਾ ਗਿਆ ਵਾ ਕਿ ਸੁਜਾਤੀ ਬਿਰਤੀ, ਜਿਵੇਂ ਮਨੁੱਖ ਸੁਜਾਤੀ ਬਿਰਤੀ ਹੈ ਨਾ, ਘੜਾ ਸੁਜਾਤੀ ਬਿਰਤੀ ਹੈ ਨਾ, ਇੱਕੋ ਜਿਹੀ ਹੈ ਨਾ। ਭਾਵੇਂ ਕਿ ਜਿਹੜੀ ਸੁਜਾਤੀ ਬਿਰਤੀ ਆ ਅਹੰ ਬ੍ਰਹਮਾਸਮੀ, ਕਿ ਮੈਂ ਬ੍ਰਹਮ ਹਾਂ, ਉਹਦੇ 'ਚ ਫਰਕ ਨਹੀਂ ਹੈ। ਠੀਕ ਹੈ, ਕਿ ਮੈਂ ਬ੍ਰਹਮ ਹਾਂ, ਮੈਂ ਉਹਦਾ ਹੀ ਰੂਪ ਹਾਂ, ਇਹਦੇ ਵਿੱਚ ਫਰਕ ਨਹੀਂ ਹੈਗਾ। ਫਿਰ ਵੀ ਅਰਥ ਵਿੱਚ ਭੇਦ ਪ੍ਰਤੀਤੀ ਹੁੰਦੀ ਆ। ਕਿੱਦਾਂ ਵੀ ਮੈਂ ਹੈ ਤੇ ਆਤਮਾ ਪਰਮਾਤਮਾ ਇੱਕ ਹੀ ਹੈ, ਪਰ ਜਦੋਂ ਕਹਿਣਾ ਮੈਂ ਬ੍ਰਹਮ ਹਾਂ, ਮਤਲਬ ਮੈਂ ਵੱਖਰਾ ਹੋ ਗਿਆ, ਮੈਂ ਬ੍ਰਹਮ ਹਾਂ, ਕਿ ਉਹ ਕਿਸੇ ਤੇ ਥੋਪਣ ਵਾਲੀ ਗੱਲ ਹੋ ਗਈ ਨਾ, ਵੀ ਮੈਂ ਉਹਦਾ ਰੂਪ ਹਾਂ। ਇਸ ਕਰਕੇ ਅਰਥ ਕਰਕੇ ਜਿਹੜਾ ਮਹਾਵਾਕ ਹੈ ਅਹੰ ਬ੍ਰਹਮਸਮੀ, ਅਹੰ ਬ੍ਰਹਮਾਸਮਈ, ਅਹੰ ਬ੍ਰਹਮਾਸਮੀ ਸਿੱਧਾ ਕਿਹਾ ਜਾਂਦਾ, ਮਤਲਬ ਮੈਂ ਬ੍ਰਹਮ ਰੂਪ ਹਾਂ। ਇਹ ਅਰਥ ਪੜ੍ਹੀਏ ਤੇ ਵੇਖੋ ਮੈਂ ਵੱਖਰਾ ਹੋ ਜਾਂਦਾ, ਕਿਉਂਕਿ ਜਿੱਥੇ ਮੈਂ ਤੂੰ ਆ ਉੱਥੇ ਭੇਦ ਵੱਖਰਾ ਹੁੰਦਾ, ਜਿੱਥੇ ਤੂੰ ਉੱਥੇ ਵੀ ਫਰਕ ਲੱਗਦਾ, ਕਿਉਂਕਿ ਤੂੰ ਵੀ ਕਹਿਣਾ ਇਹ ਵੀ ਫਰਕ ਹੈ। ਪਰ ਜਿੱਥੇ ਕੁਝ ਵੀ ਨਹੀਂ ਬੋਲਣਾ ਉੱਥੇ ਕੋਈ ਫਰਕ ਨਹੀਂ ਹੈਗਾ, ਕਿਉਂਕਿ ਜਿੱਥੇ ਉਹ ਹੀ ਹੈ ਉੱਥੇ ਤੂੰ ਕਿਹਨੂੰ ਕਹਿਣਾ, ਤੂੰ ਕਹਿਣਾ ਵੀ ਤੂੰ, ਮਤਲਬ ਇਹਦਾ ਮਤਲਬ ਮੈਂ ਕੋਈ ਹੈ। ਇਸ ਪ੍ਰਕਾਰ ਕਹਿੰਦੇ ਵੀ ਸੁਜਾਤੀ ਬਿਰਤੀ ਵਿੱਚ ਭੇਦ ਤੇ ਨਹੀਂ ਹੈ, ਕਿ ਜਿਹੜਾ ਕਹਿਣਾ ਮੈਂ ਬ੍ਰਹਮ ਹਾਂ, ਕਿ ਮੈਂ ਉਹਦਾ ਰੂਪ ਹਾਂ। ਫਿਰ ਵੀ ਅਰਥ ਵਿੱਚ ਭੇਦ ਪ੍ਰਤੀਤ ਹੁੰਦਾ, ਕਿਉਂਕਿ ਵੱਖਰੇ ਪ੍ਰਤੀਤ ਹੁੰਦੇ ਆ। ਕਿਉਂਕਿ ਜਿਹੜਾ ਅਹੰ ਨਾਮ ਆ ਉਹ ਆਤਮਾ ਦਾ ਆ, ਜਾਂ ਅੰਗ ਨਾਮ ਹੁੰਦਾ, ਅੰਗ ਦਾ ਅਰਥ ਦਾ ਮੈਂ ਵੀ ਹੁੰਦਾ, ਭਾਵ ਮੈਂ ਜਾਂ ਅਹੰ ਨਾਮ ਆਤਮਾ ਦਾ। ਤੇ ਉਹ ਜਿਹੜੀ ਆਤਮਾ ਆ ਉਹ ਵਿਅਸ਼ਟੀ ਸਰੀਰ ਵਿੱਚ ਪ੍ਰਤੀਤ ਹੁੰਦੀ ਹੈ, ਭਾਵ ਇੱਕ ਸਰੀਰ ਵਿੱਚ ਪ੍ਰਤੀਤ ਹੁੰਦੀ ਹੈ। ਜਿੱਦਾਂ ਜਿੰਨੇ ਸਰੀਰ ਨੇ ਉਨੇ ਵਿੱਚ ਪ੍ਰਤੀਤ ਹੁੰਦੀ, ਫਿਰ ਉਨੀਆਂ ਆਤਮਾ ਲੱਗਦੀਆਂ। ਅਤੇ ਬ੍ਰਹਮ ਨਾਮ ਕੀ ਆ, ਵਿਆਪਕ ਦਾ। ਠੀਕ ਆ, ਤੇ ਉਹ ਵਿਆਪਕ ਜਿਹੜਾ ਬ੍ਰਹਮ ਆ ਉਹ ਸਮਸ਼ਟੀ ਵਿੱਚ ਹੈ, ਸਾਰਿਆਂ ਵਿੱਚ। ਵਿਆਪਕ ਨਾਮ ਕਿਦਾ, ਵਿਆਪਕ ਤੇ ਕਿਤੇ ਵੀ ਕੋਈ ਉਹਦੀ ਚੀਜ਼ ਖਾਲੀ ਨਹੀਂ ਹੁੰਦੀ, ਸਾਰੇ ਥਾਂ। ਜਿੱਦਾਂ ਆਕਾਸ਼ ਵਿਆਪਕ, ਸਾਰੇ ਥਾਂ ਹੀ ਉਹਦੇ ਵਿੱਚ ਹੀ ਚੀਜ਼ਾਂ ਬਣੀਆਂ, ਆਕਾਸ਼ ਵਿੱਚ ਹੀ ਖਾਲੀ ਥਾਵਾਂ ਦੇ। ਇਸੇ ਤਰ੍ਹਾਂ
ਬ੍ਰਹਮ ਤੇ ਵਿਆਪਕ ਦਾ ਵਾਚਕ ਆ ਤੇ ਉਹ ਸਮਸ਼ਟੀਆਂ ਵਿੱਚ ਹੀ ਆ ਤੇ ਫਿਰ ਬਾਹਰ ਪ੍ਰਤੀਤ ਹੁੰਦਾ, ਕਿਉਂਕਿ ਆਤਮਾ ਸਰੀਰ ਵਿੱਚ ਪ੍ਰਤੀਤ ਹੁੰਦੀ ਆ ਤੇ ਬ੍ਰਹਮ ਸਮਸ਼ਟੀ ਹੁਣ ਸਰੀਰ ਤੋਂ ਬਾਹਰ ਸਾਰੇ ਥਾਂ ਵਿਆਪਕ ਹੈ ਤੇ ਇਹ ਬਾਹਰ ਪ੍ਰਤੀਤ ਹੁੰਦਾ। ਫਿਰ ਜਿਹੜਾ ਬਾਹਰ ਆ ਕਮਰੇ ਵਿੱਚ ਜਾਂ ਕਮਰੇ ਤੋਂ ਬਾਹਰ ਆ ਜਿਹੜਾ ਕਮਰੇ ਅੰਦਰ, ਉਹਦਾ ਦੋਵਾਂ ਦਾ ਮਿਲਾਪ ਕਿਸ ਤਰ੍ਹਾਂ ਹੋ ਸਕਦਾ, ਕਿਉਂਕਿ ਇੱਕ ਅੰਦਰ ਇੱਕ ਬਾਹਰ ਆ, ਇਹਦਾ ਮਿਲਾਪ ਕਿਵੇਂ ਹੋ ਸਕਦਾ। ਤੇ ਇਹਦਾ ਉੱਤਰ ਇੱਦਾਂ ਵਾ, ਉਹ ਜਿੱਦ ਉਹਦੇ ਦੂਜੇ ਤਰੀਕੇ ਨਾਲ ਵੀ ਹੋ ਸਕਦਾ। ਜਿਹੜਾ ਵਿਆਪਕ ਕਹਿ ਲਿਆ, ਫਿਰ ਵਿਆਪਕ ਉਹਦਾ ਸਰੀਰ ਦਾ ਕਣ ਕਣ ਵੀ ਕੋਈ ਵਿਆਪਕ ਤੋਂ ਪਰੇ ਨਹੀਂ ਨਾ ਹੈਗਾ, ਤੇ ਉਹ ਅੰਤঃਕਰਨ ਤੋਂ ਵੀ ਬਾਹਰ ਸਰੀਰ ਦੇ ਸਮਝ ਲਓ ਕੋਨੇ ਕੋਨੇ 'ਚ ਆ। ਚਲੋ ਫਿਰ ਵੀ ਜਿਵੇਂ ਗ੍ਰੰਥਾਂ ਦਾ ਕਥਨ ਆ ਵੀ ਹਿਰਦੇ 'ਚ ਹੀ ਜਾ ਕੇ ਉਹ ਜਿਹੜਾ ਹੈ ਚੇਤਨ ਦਾ ਪ੍ਰਕਾਸ਼ ਪੈਂਦਾ, ਆਭਾਸ ਪੈਂਦਾ ਤੇ ਜੀਵ ਦਾ ਸਰੀਰ ਦੀ ਪੈਦਾਇਸ਼ ਹੁੰਦੀ ਹੈ। ਉੱਤਰੇ ਦਾ ਇਹ ਆ ਵੀ ਬਾਹਰ ਜੋ ਆਪਣੇ ਸਰੀਰ ਤੋਂ ਵੱਖਰੇ ਸਾਰੇ ਪ੍ਰਤੀਤ ਹੁੰਦੇ, ਬਾਹਰ ਜੋ ਆਪਣੇ ਸਰੀਰ ਤੋਂ ਵੱਖਰੇ ਪ੍ਰਤੀਤ ਹੁੰਦੇ ਆ, ਸਾਡੇ ਸਰੀਰ ਤੋਂ ਬਾਹਰ ਜੋ ਸਭ ਵੱਖਰਾ ਪ੍ਰਤੀਤ ਹੋਣ ਡਿਆ ਨਾ, ਉਹ ਵੀ ਕਹਿੰਦੇ ਇੱਕ ਇੱਕ ਕਰਕੇ ਭਾਸ ਦਾ ਪ੍ਰਤੀਤ ਹੁੰਦਾ ਹੈ। ਜਿਸ ਤਰ੍ਹਾਂ ਕੀੜੀ ਵੱਖਰੀ, ਹਾਥੀ ਵੱਖਰਾ, ਮੱਛ ਵੱਖਰੇ, ਕਛੂ ਵੱਖਰੇ, ਬ੍ਰਾਹਮਣ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਨਾ, ਚੰਡਾਲ ਵੱਖਰੇ, ਸਾਰੇ ਮਤਲਬ ਜੜ ਚੇਤਨ ਪੱਥਰ ਰੁੱਖ ਤੁਰਦੇ ਫਿਰਦੇ ਜੀਵ, ਇਹ ਭੇਦ ਦ੍ਰਿਸ਼ਟੀ ਕਰਕੇ ਵੱਖਰੇ ਵੱਖਰੇ ਤੇ ਇਕੱਲੇ ਇਕੱਲੇ ਪ੍ਰਤੀਤ ਹੁੰਦੇ ਆ, ਭੇਦ ਦ੍ਰਿਸ਼ਟੀ ਕਰਕੇ। ਕਿਉਂਕਿ ਆਪਾਂ ਇਸ ਤਰੀਕੇ ਨਾਲ ਵੇਖਦੇ ਹਾਂ ਵੀ ਉਹ ਫਲਾਣਾ ਬੰਦਾ ਹੈ, ਉਹ ਜਾਨਵਰ ਹੈ, ਉਹ ਕੁੱਤਾ ਹੈ, ਉਹ ਬਿੱਲੀ, ਉਹ ਵੱਖਰੇ ਵੱਖਰੇ ਕਰਕੇ, ਉਹ ਸਮਸ਼ਟੀ ਕਰਕੇ ਨਹੀਂ ਨਾ ਵੇਖੇ। ਅਤੇ ਜੇ ਭੇਦ ਨੂੰ ਤਿਆਗ ਦਈਏ, ਫਰਕ ਨੂੰ, ਤੇ ਜਦੋਂ ਆਪਾਂ ਉਹ ਜਦੋਂ ਫਰਕ ਨੂੰ ਤਿਆਗ ਦਿੰਦੇ ਹਾਂ ਆਪਣੇ ਸਰੀਰ ਤੋਂ ਵੱਖਰਾ, ਆਪਾਂ ਕਹਿੰਦੇ ਸਾਰੀ ਸ੍ਰਿਸ਼ਟੀ, ਤੇ ਉਹਨੂੰ ਜਦੋਂ ਭੇਦ ਦ੍ਰਿਸ਼ਟੀ ਤੋਂ ਜਦੋਂ ਸਾਰੇ ਕਹਿ ਦੇਣਗੇ ਭੇਦ ਦ੍ਰਿਸ਼ਟੀ ਤਿਆਗੀ ਜਾਂਦੀ ਹੈ ਤੇ ਰਹਿ ਜਾਂਦਾ ਸਮਸ਼ਟੀ, ਸਾਰੇ ਕਿਹਾ ਜਾਂਦਾ ਹੈ। ਸਮਸ਼ਟੀ ਦਾ ਅਰਥ ਹੁੰਦਾ ਸਾਰੇ, ਵਿਅਕਤੀ ਦਾ ਅਰਥ ਇੱਕ। ਇਸ ਪ੍ਰਕਾਰ ਸਾਰੇ ਜਿਹੜੇ ਆ ਨਾ, ਸਾਰੇ ਜਦੋਂ ਸਾਰੇ ਕਹਿ ਲਓ ਉਹਦੇ ਵਿੱਚ ਆਪਾਂ ਵੀ ਆਏ, ਠੀਕ ਨਹੀਂ। ਜਦੋਂ ਆਪਾਂ ਵੱਖਰੇ ਵੱਖਰੇ ਉਦੋਂ ਮੈਂ ਵੱਖਰਾ, ਦੂਜੇ ਵੱਖਰੇ। ਜਦੋਂ ਸਮਸ਼ਟੀ ਕਹਿਦਾ ਫਿਰ ਆਪਾਂ ਕੋਈ ਵੀ ਨਹੀਂ ਰਹਿੰਦੇ। ਇਸ ਪ੍ਰਕਾਰ ਜਿਹੜੀ ਸਮਸ਼ਟੀ ਹੈ ਜੜ ਚੇਤਨ ਵਿੱਚ ਜੋ ਬ੍ਰਹਮ ਹੈ, ਮਤਲਬ ਮੇਰੇ ਤੋਂ ਲੈ ਕੇ ਤੇ ਦੂਜਿਆਂ ਤੱਕ, ਮਤਲਬ ਸਾਰਿਆਂ ਵਿੱਚ ਹੀ, ਸੋ ਬ੍ਰਹਮ ਐਸਾ ਆ ਕਿ ਇਹ ਜਿਹੜਾ ਮਾਂ ਵਾਕ ਹੈ ਨਾ, ਅਹੰ ਨਾਮ ਆਪਣੇ ਦਾ, ਆਪਣੇ ਆਪ ਦਾ, ਠੀਕ ਆ, ਆਪਣੇ ਆਪ ਦਾ ਭਾਵ ਆਤਮਾ ਦਾ, ਤੇ ਬ੍ਰਹਮ ਨਾਮ ਬ੍ਰਹਮ ਦਾ ਹੀ ਹੈ, ਵਿਆਪਕ ਦਾ ਹੀ ਹੈ, ਤੇ ਆਸ ਨਾਮ ਹੈ ਦਾ, ਤੇ ਮਈ ਨਾਮ ਰੂਪ ਦਾ, ਬ੍ਰਹਮਾਸਮੀ। ਤੇ ਮਤਲਬ ਜੇ ਬ੍ਰਹਮ ਦਾ ਅਰਥ ਵਿਆਪਕ ਕਰ ਲਈਏ, ਭਾਵ ਮੈਂ ਅਹੰ ਨਾਮ ਆਤਮਾ ਵਿਆਪਕ ਰੂਪ ਹੈ, ਇੱਦਾਂ ਵੀ ਬਣ ਜਾਂਦਾ। ਅਹੰ ਨਾਮ ਆਤਮਾ ਦਾ ਹੋ ਗਿਆ ਨਾ, ਆਪਣੇ ਆਪ ਦਾ ਹੋ ਗਿਆ, ਮਤਲਬ ਆਪਣੇ ਆਪ ਦਾ ਭਾਵ ਮੈਂ ਵਿਆਪਕ ਰੂਪ ਹਾਂ। ਜਦੋਂ ਮੈਂ ਵਿਆਪਕ ਰੂਪ ਹੋ ਗਿਆ ਤੇ ਫਿਰ ਵੱਖਰਾ ਤੇ ਕੋਈ ਰਹਿ ਨਾ ਗਿਆ, ਠੀਕ ਹੈ ਜੀ। ਮਤਲਬ ਮੈਂ ਬ੍ਰਹਮ ਰੂਪ ਹਾਂ, ਜਦੋਂ ਕਹਿ ਦਿੱਤਾ ਮੈਂ ਬ੍ਰਹਮ ਰੂਪ ਹਾਂ, ਤੇ ਮਤਲਬ ਜੇ ਮੈਂ ਬ੍ਰਹਮ ਰੂਪ ਹੋ ਗਿਆ ਤੇ ਫਿਰ ਬ੍ਰਹਮ ਕੀ ਆ, ਬ੍ਰਹਮ ਮੈਂ ਰੂਪ ਹਾਂ, ਠੀਕ ਆ। ਮਤਲਬ ਅਹੰ ਬ੍ਰਹਮਾਸਮਿ, ਮਤਲਬ ਆਸ ਨਾਮ ਹੈ ਦਾ, ਮਈ ਨਾਮ ਰੂਪ ਦਾ, ਮਤਲਬ ਅਹੰ ਨਾਮ ਮੈਂ ਦਾ, ਬ੍ਰਹਮ ਨਾਮ ਬ੍ਰਹਮ ਦਾ, ਮੈਂ ਬ੍ਰਹਮ ਰੂਪ ਹਾਂ। ਜਦੋਂ ਮੈਂ ਬ੍ਰਹਮ ਰੂਪ ਹਾਂ ਤਾਂ ਬ੍ਰਹਮ ਫਿਰ ਕੀ ਹੋ ਗਿਆ, ਬ੍ਰਹਮ ਮੈਂ ਰੂਪ ਹੈ, ਠੀਕ ਆ। ਜਦੋਂ ਬੂੰਦ ਸਮੁੰਦਰ 'ਚ ਜਾ ਕੇ ਮਿਲ ਗਈ ਫਿਰ ਸਮੁੰਦਰ ਬੂੰਦ ਬਣ ਦਿੰਦਾ, ਠੀਕ ਆ। ਸਮੁੰਦਰ ਬੂੰਦ 'ਚ ਲੀਨ ਹੋ ਜਾਂਦਾ, ਬੂੰਦ ਸਮੁੰਦਰ 'ਚ ਲੀਨ ਤੇ ਸਮੁੰਦਰ ਬੂੰਦ 'ਚ ਲੀਨ ਹੋ ਜਾਂਦਾ, ਠੀਕ ਆ। ਮਤਲਬ ਬੂੰਦ ਸਮੁੰਦਰ ਬਣ ਜਾਂਦੀ ਹੈ ਤੇ ਸਮੁੰਦਰ ਬੂੰਦ ਹੋ ਜਾਂਦਾ, ਕਿਉਂਕਿ ਬੂੰਦ ਵਿੱਚ ਟਿੱਗੇ ਹੋਏ ਇੱਦਾਂ ਹੀ ਹੋ ਜਾਂਦਾ ਨਾ। ਜਿਸ ਤਰ੍ਹਾਂ ਕਿ ਕਹਿੰਦੇ ਸਿੱਖ ਨੇ ਪੁੱਛਿਆ ਸੀ ਗੁਰੂ ਜੀ ਤੋਂ ਵੀ ਸਰੀਰ ਵਿੱਚ, ਗੁਰੂ ਜੀ ਸਰੀਰ ਵਿੱਚ ਜੀਵ ਆ ਕਿ ਜਾਂ ਈਸ਼ਵਰ ਆ, ਕਿ ਜੀਵ ਜਿਹੜਾ ਸਰੀਰ ਵਿੱਚ ਆ ਕਿ ਈਸ਼ਵਰ ਸਰੀਰ ਵਿੱਚ ਆ। ਤਾਂ ਗੁਰੂ ਜੀ ਨੇ ਇਹ ਉੱਤਰ ਦਿੱਤਾ ਸੀ ਵੀ ਸਿੱਖ, ਜੀਵ ਈਸ਼ਵਰ ਦੇ ਭੇਦ ਨੂੰ ਅਸੀਂ ਨਹੀਂ ਜਾਣਦੇ। ਜੋ ਜੀਵ ਹੈ
ਉਹ ਵੀ ਸਰੀਰ ਵਿੱਚ ਹੀ ਆ ਤੇ ਈਸ਼ਵਰ ਵੀ ਸਰੀਰ ਵਿੱਚ ਹੀ ਆ, ਇੱਕ ਰੂਪ ਹੀ ਆ, ਭੇਦ ਕੁਛ ਨਹੀਂ ਆ। ਠੀਕ ਆ, ਮਤਲਬ ਜਿਹੜੇ ਸਾਰੇ ਜੀਵ ਆ, ਹਾਂਜੀ, ਸਾਰੇ ਜੀਵਾਂ ਦੀ ਜਿਹੜੀ ਪੰਜ ਤੱਤਾਂ ਦੀ ਦੇਹ ਬਣੀ ਆ, ਇਹ ਈਸ਼ਵਰ ਦੀ ਦੇਹ ਆ। ਮਤਲਬ ਜਿੰਨੇ ਸਰੀਰ ਆ, ਇਹ ਜਦੋਂ ਸਮਸ਼ਟੀ ਸਰੀਰਾਂ ਦੀ ਜਿਹੜੀ ਦੇਹ ਮੰਨਾਂਗੇ ਉਹ ਈਸ਼ਵਰ ਦੀ ਆ। ਜਦੋਂ ਵਿਅਸ਼ਟੀ ਜੀਵਾਂ ਦੀ ਜਿਹੜੀ ਦੇਹ ਮੰਨਾਂਗੇ, ਭਾਵ ਇੱਕ ਜੀਵ ਦੀ, ਉਹ ਜੀ ਇੱਕ ਜਾਣੇ ਦੀ, ਉਹ ਜੀਵ ਦੀ ਦੇਹ ਆ। ਤੇ ਪੰਜ ਤੱਤਾਂ ਤੋਂ ਉਹ ਬਣਿਆ, ਪੰਜ ਤੱਤਾਂ ਤੋਂ ਉਹ ਬਣਿਆ। ਠੀਕ ਆ, ਤੇ ਪੰਜ ਤੱਤਾਂ ਜੀ ਆਤਮਾ ਬ੍ਰਹਮ ਵਿਆਪਕ ਆ, ਤੇ ਬ੍ਰਹਮ ਜੀਵ 'ਚ ਵਿਆਪਕ ਆ। ਇਸ ਤਰ੍ਹਾਂ ਉਹ ਕਣੀ ਛੋਟੀ ਤਾਂ ਆਪਾਂ ਕਹਿ ਸਕਦੇ ਹਾਂ ਵੀ ਜੀਵ 'ਚ ਛੋਟੀ ਹੈ, ਤੇ ਸਮਸ਼ਟੀ 'ਚ ਸਾਰੇ ਵਿਆਪਕ ਹੋ ਜਾਂਦੀ ਹੈ। ਪਰ ਜਦੋਂ ਸਾਰੇ ਵਿਆਪਕ ਆ, ਉਦੋਂ ਤੇ ਜਿਹੜੀ ਅੰਦਰ ਆ ਨਾ ਆਪਣੇ ਸਰੀਰ ਦੇ, ਉਹ ਵਿਆਪਕ ਜੀ ਮਿਲੀ ਹੋਈ ਹੈ, ਫਿਰ ਵੱਖਰਾ ਨਹੀਂ ਨਾ ਕੋਈ ਰਹਿ ਜਾਂਦਾ। ਇਸ ਪ੍ਰਕਾਰ ਭੇਦ ਕੋਈ ਫਰਕ ਨਹੀਂ ਰਹਿ ਜਾਂਦਾ ਹੈ, ਤਾਂ ਇਸ ਪ੍ਰਕਾਰ ਪੱਖ ਨੂੰ ਕਹਿ ਰਹੇ ਆ। ਸੋ ਅੱਜ ਮੇਰਾ ਇਰਾਦਾ ਵੀ ਇੱਥੇ ਸਮਾਪਤ ਕੀਤੀ ਜਾਵੇ। ਚਲੋ ਇੱਕ ਛੰਦ ਹੋਰ ਪੜ੍ਹ ਲੈਂਦੇ ਹਾਂ। ਜੀਵ ਈਸ਼ ਕੋ ਭੇਦ ਨਾ ਪੋਰਾ। ਸੁਣੋ ਵਿਦਵਾਨੋ, ਜੀਵ ਤੇ ਈਸ਼ਵਰ ਦਾ ਜਿਹੜਾ ਭੇਦ ਭੋਰਾ ਮਾਤਰ ਵੀ ਨਹੀਂ ਹੈ। ਜਾਹੇ ਮਿਲੇ ਪੁਨ ਨਾਹੇ ਵਿਛੋਰਾ। ਜਿਨ੍ਹਾਂ ਦਾ ਗਿਆਨ ਕਰਕੇ ਆਪਸ ਵਿੱਚ ਮਿਲ ਜਾਣ, ਮਿਲਣੇ ਕਰਕੇ ਪੁਨः ਫਿਰ ਕਦੀ ਵਿਛੋੜਾ ਭਾਵ ਭੇਦ ਨਹੀਂ ਹੁੰਦਾ। ਜਿਸ ਤਰ੍ਹਾਂ ਜਲ ਨਾਲ ਮਿਲ ਕਰਕੇ ਜਿਹੜੇ ਬੁਲਬੁਲੇ ਆ, ਝੱਗ ਆ ਪਾਣੀ ਦੀ, ਉਹ ਵੱਖਰੀ ਨਹੀਂ ਹੁੰਦੀ। ਜਿਸ ਤਰ੍ਹਾਂ ਜਲ ਨਾਲ ਬੁਲਬੁਲੇ ਆ, ਉਹ ਬਣਦੇ ਜਾਂਦੇ ਆ, ਪ੍ਰਤੀਤ ਹੁੰਦੇ ਵੱਖਰੇ ਆ, ਪਰ ਉਹ ਵੱਖਰੇ ਨਹੀਂ ਹੁੰਦੇ। ਉਹ ਜਦੋਂ ਫਟ ਜਾਂਦੇ ਫਿਰ ਜਲ 'ਚ ਹੀ ਸਮਾ ਜਾਂਦੇ ਆ। ਇਸੇ ਪ੍ਰਕਾਰ ਜੀਵ ਬੁਲਬੁਲੇ ਦੀ ਨਿਆਈ ਹੈ, ਈਸ਼ਵਰ ਜਲ ਦੀ ਨਿਆਈ ਹੈ। ਜਦੋਂ ਇਹ ਜਿੰਨਾ ਚਿਰ ਬੰਦਾ ਸਰੀਰ ਦਿਖਦਾ, ਇੱਕ ਵਿਅਸ਼ਟੀ ਉਪਾਧੀ ਕਰਕੇ, ਇੱਕ ਸਰੀਰ ਕਰਕੇ ਦਿਖਦਾ, ਉਹਨਾਂ ਚਿਰ ਬੁਲਬੁਲੇ ਦੀ ਨਿਆਈ ਪ੍ਰਤੀਤ ਦਿਖਦਾ ਰਹਿੰਦਾ। ਜਦੋਂ ਉਹ ਜੀਵ ਦਾ ਸਰੀਰ ਛੁੱਟਦਾ, ਫਿਰ ਉਹ ਈਸ਼ਵਰ ਦਾ ਰੂਪ ਹੋ ਜਾਂਦਾ ਹੈ। ਠੀਕ ਹੈ, ਮਤਲਬ ਜਿੰਨਾ ਚਿਰ ਗਿਆਨ ਉਹਨਾਂ ਚਿਰ ਜੀਵ ਬਣਿਆ ਰਹਿੰਦਾ, ਜਦੋਂ ਗਿਆਨ ਹੋ ਜਾਂਦਾ ਉਦੋਂ ਈਸ਼ਵਰ ਬਣ ਜਾਂਦਾ। ਤੇ ਜਿਨ੍ਹਾਂ ਦੇ ਮਿਲੇ ਕਰਕੇ ਫਿਰ ਵਿਛੋੜਾ ਭੇਦ ਨਹੀਂ ਹੁੰਦਾ। ਸਕਲ ਕਾਮਨਾ ਤਿਆਗ ਅਧੀਨੋ। ਸਾਰੀਆਂ ਜਿਹੜੀਆਂ ਕਾਮਨਾ ਦੇ ਤਿਆਗ ਕਰਨਾ ਹੈ, ਸਾਰੀਆਂ ਕਾਮਨਾ ਇੱਛਾਵਾਂ ਦਾ ਤਿਆਗ ਕਰਨਾ, ਸਾਰੀਆਂ ਕਾਮਨਾ ਦਾ ਜਿਹੜਾ ਤਿਆਗ ਕਰਨਾ, ਇਸ ਦੇ ਜਿਹੜਾ ਅਧੀਨ ਹੋਣਾ, ਬਸ ਕਾਮਨਾ ਦਾ ਤਿਆਗ ਕਰ ਦੇਣਾ, ਇਸ ਅਧੀਨ ਰੂਪ ਸਰਬ ਇੱਛਾ ਤਜਤਾਂ ਕੋ ਚੀਨੋ। ਫੇਰ ਹੀ ਇਹਦਾ ਮਿਲਾਪ ਹੁੰਦਾ। ਸਾਰੀਆਂ ਕਾਮਨਾ ਤਿਆਗ ਦੇ ਅਧੀਨ ਈਸ਼ਵਰ ਜੀਵ ਦਾ ਤਿਆਗ ਹੁੰਦਾ ਹੈ, ਮਿਲਾਪ ਹੁੰਦਾ ਹੈ। ਸਰਬ ਇੱਛਾ ਤਜਤਾਂ ਕੋ ਚੀਨੋ, ਤਾਂ ਤੇ ਸਾਰੇ ਪ੍ਰਕਾਰ ਦੀ ਜਿਹੜੀ ਇੱਛਾ ਆ ਉਸ ਨੂੰ ਤਜ ਕੇ ਛੱਡ ਕੇ, ਤਾਂ ਕੋ ਚੀਨੋ, ਉਸ ਨੂੰ ਇੱਕ ਰੂਪ ਜਾਣ ਕੇ ਦੇਖ ਲਓ। ਇੱਕ ਰੂਪ ਹੀ ਦੇਖੋ। ਮਤਲਬ ਈਸ਼ਵਰ 'ਚ ਕੋਈ ਇੱਛਾ ਨਹੀਂ ਹੈ, ਜੀਵ 'ਚ ਇੱਛਾ ਹੀ ਇੱਛਾ ਹੈ। ਜਿੰਨਾ ਚਿਰ ਇੱਛਾਵਾਂ ਆ ਉਹਨਾਂ ਚਿਰ ਇਹ ਜੀਵ ਆ। ਜਦੋਂ ਇੱਛਾਵਾਂ, ਖਾਹਿਸ਼ਾਂ, ਪਦਾਰਥਾਂ ਦੇ, ਭੋਗਾਂ ਦੇ ਇਹ ਤਿਆਗ ਕਰ ਦਿੰਦਾ ਹੈ, ਫਿਰ ਇਹੀ ਗਿਆਨਵਾਨ ਹੋ ਕੇ ਈਸ਼ਵਰ ਰੂਪ ਹੋ ਜਾਂਦਾ। ਕਿਉਂਕਿ ਈਸ਼ਵਰ ਗਿਆਨ ਸਰੂਪ ਹੈ ਤੇ ਜੀਵ ਜਿਹੜਾ ਹੈ ਉਹ ਅਗਿਆਨ ਸਰੂਪ ਹੈ। ਕਿਉਂਕਿ ਜਿੰਨਾ ਚਿਰ ਅਗਿਆਨ ਉਹਨਾਂ ਚਿਰ ਜੀਵ ਹੈ, ਜਦੋਂ ਗਿਆਨ ਹੈ ਉਦੋਂ ਈਸ਼ਵਰ ਰੂਪ ਹੋ ਜਾਂਦਾ ਹੈ। ਸੋ ਸਾਰੀਆਂ ਇੱਛਾ ਅਗਿਆਨ ਕਰਕੇ ਹੁੰਦੀਆਂ। ਅਗਿਆਨ ਦਾ ਤਿਆਗ ਕਰ ਦਿਓ, ਇੱਛਾ ਦਾ ਤਿਆਗ ਹੋ ਜਾਏਗਾ ਤੇ ਉਸ ਨੂੰ ਤੁਸੀਂ ਜਾਣ ਲਓਗੇ। ਇਸ ਪ੍ਰਕਾਰ ਇਹ ਜਿਹੜੀ ਸਿੱਖਿਆ ਸਾਨੂੰ ਦੇ ਰਹੇ ਆ ਵੀ ਸਾਰੀਆਂ ਕਾਮਨਾ ਦੇ ਤਿਆਗ ਦੇ ਅਧੀਨ ਹੀ ਉਹਨਾਂ ਦਾ ਮਿਲਾਪ ਹੈ ਆਪੋ ਵਿੱਚ। ਇਸ ਲਈ ਸਾਰੀਆਂ ਇੱਛਾ ਦਾ ਤਿਆਗ ਕਰਕੇ ਇਹਨਾਂ ਨੂੰ ਇੱਕ ਰੂਪ ਪਛਾਣ ਲਓ, ਤਾਂ ਕੋ ਕਹੀਏ ਇਸ ਨੂੰ ਜੀਵ ਨੂੰ ਇੱਕ ਰੂਪ ਚੀਨੋ ਕਹੀਏ, ਜਾਣ ਲਓ। ਠੀਕ ਹੈ ਜੀ। ਸੋ ਅੱਜ ਇੱਥੇ ਸਮਾਪਤੀ ਕਰੀਏ। ਸਗਲ ਕਾਮਨਾ ਤਿਆਗ ਅਧੀਨੋ, ਸਰਬ ਇੱਛਾ ਤਜਤਾਂ ਕੋ ਚੀਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।